गुरु नानक पाद पंकज वंदन पाद पंकज सिमरो अंगद दुख निकंद गुर अमरदास हृदय नित ध्यावो हृदय नित श्री गुरु रामदास गुण गा गुर अर्जन विघ्नन के नासक विघ्नन के हर गोविंद शुभ सुमत पर का श्री हर राय नमो कार जोरी नमो कार श्री हर कृष्ण मनाओ बहो गुर तेग बहादुर परम कृपाला जी परम कृपा श्री गुरु गोबिंद सिंह बेसाह तरो तरा पर पुन पुन सीसा जी पुन पुन सी बंदों बार बार जगदी ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। तेग बहादुर फिर गुर भयो परस्वार्थ हित जिन सिर तरियो दयो काल युग में बड़ साका कियो धर्म कर्म रख हिंदुअन लियो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਜੁਗਹੁ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ ਸਾਹਿਬੇ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਸੰਧਿਆ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਹਰੀ ਜਸ ਸਰਵਣ ਕਰਕੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕਾਂ ਅਨੁਸਾਰ ਨੇਤਾਂ ਪ੍ਰਤ ਹਾਜ਼ਰੀ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕੱਲ੍ਹ ਦੇ ਪ੍ਰਕਰਨ ਵਿੱਚ ਆਪਾਂ ਸਰਵਣ ਕੀਤਾ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਪਹੁੰਚੇ। ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦ੍ਰਿੜ ਕਰਾਇਆ। ਦਿੱਲੀ ਵਿਖੇ ਚਰਨ ਪਾਏ। ਬ੍ਰਹਮ ਖਾਂ ਲੋਧੀ
ਜਿਸ ਨੇ ਬਹੁਤ ਸਾਰੇ ਮਹਾਂਪੁਰਸ਼ ਕੈਦ ਕੀਤੇ ਸਨ, ਉਹਨਾਂ ਨੂੰ ਕੈਦ ਵਿੱਚੋਂ ਛੁਡਵਾਇਆ। ਸੋ ਇਸ ਪ੍ਰਕਾਰ ਭਾਈ ਰਤਨ ਸਿੰਘ ਭੰਗੂ ਜੀ ਨੇ ਸੰਖੇਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਾਇਆ ਹੈ ਆਪਾਂ ਨੂੰ। ਉਪਰੰਤ 10 ਪਾਤਸ਼ਾਹੀਆਂ ਦਾ ਸੰਖੇਪ ਜਿਹੜਾ ਜੀਵਨ ਬਿਉਰਾ ਸਰਵਣ ਕਰਾਇਆ ਹੈ। ਸੋ ਅਗਲੇ ਪ੍ਰਕਰਣ ਆਪਾਂ ਪ੍ਰੇਮ ਨਾਲ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਗ ਬਹਾਦਰ ਫਿਰ ਗੁਰ ਪਇਓ। ਕੈਪਟਨ ਮਰੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਸੰਖੇਪ ਇਤਿਹਾਸ ਸਰਵਣ ਕਰਨ ਤੋਂ ਬਾਅਦ ਭਾਈ ਸਾਹਿਬ ਨੂੰ ਆਖਿਆ ਕਿ ਮੈਨੂੰ ਬਾਕੀ ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰਕੇ ਦੱਸੋ ਜੋ ਤਖਤ ਉੱਪਰ ਵਿਰਾਜਮਾਨ ਹੋਏ। ਸੋ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਤੋਂ ਉਪਰੰਤ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਉੱਪਰ ਵਿਰਾਜਮਾਨ ਹੋਏ ਹਨ। ਪਰ ਸਵਾਰਥ ਹਿਤ ਜਿਨ ਸਿਰ ਦਿਓ। ਜਿਨ੍ਹਾਂ ਨੇ ਪਰ ਸਵਾਰਥ ਲਈ ਦੂਸਰਿਆਂ ਦੀ ਰੱਖਿਆ ਕਰਨ ਵਾਸਤੇ ਆਪਣਾ ਮਹਾਨ ਬਲੀਦਾਨ ਦਿੱਤਾ, ਆਪਣਾ ਸੀਸ ਦਿੱਤਾ ਹੈ। ਕਲਯੁਗ ਮੈਂ ਬੜ ਸਾਕਾ ਕੀਓ। ਕਲਯੁਗ ਦੇ ਸਮੇਂ ਵਿੱਚ ਬਹੁਤ ਵੱਡਾ ਸਾਕਾ ਕੀਤਾ ਹੈ, ਕਿਉਂਕਿ ਬਿਪਤਾ ਆਉਣ 'ਤੇ ਲੋਕ ਤਾਂ ਆਪਣਿਆਂ ਦਾ ਸਾਥ ਛੱਡ ਜਾਂਦੇ ਨੇ, ਦੂਜਿਆਂ ਦਾ ਸਾਥ ਨਿਭਾਉਣਾ ਬੜੀ ਦੂਰ ਦੀ ਗੱਲ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰਿਆਂ ਲਈ ਬਲਿਦਾਨ ਦਿੱਤਾ। ਇਉਂ ਕਹਿ ਲਓ ਕਿ ਇਹੋ ਜਿਹੇ ਸਮੇਂ ਵਿੱਚ ਹੋ ਸਕਦਾ ਕੋਈ ਕਿਸੇ ਮਨੁੱਖ ਨੂੰ ਦੁੱਖ ਦੇ ਸਮੇਂ ਵਿੱਚ ਧੀਰਜ ਦੇ ਦਏ, ਕੋਈ 2 ਪੈਸੇ ਦੇ ਦਏ, ਕੋਈ 4 ਦਿਨ ਦਾ ਭੋਜਨ ਅਤੇ ਪਹਿਨਣ ਲਈ ਕੱਪੜੇ ਦੇ ਦਏ। ਇਸ ਤੋਂ ਵੱਧ ਮਨੁੱਖ ਦੂਜੇ ਲਈ ਕੁਝ ਨਹੀਂ ਕਰ ਸਕਦਾ। ਸਭ ਤੋਂ ਵੱਡੀ ਪਿਆਰੀ ਜਾਨ ਹੁੰਦੀ ਹੈ ਮਨੁੱਖ ਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਿੰਦ ਜਾਨ ਵਾਰ ਦਿੱਤੀ। ਇਸ ਕਰਕੇ ਕਲਯੁਗ ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਵੱਡਾ ਸਾਕਾ ਕੀਤਾ ਹੈ। ਧਰਮ ਕਰਮ ਰੱਖ ਹਿੰਦੂਆਂ ਲਿਓ। ਹਿੰਦੂਆਂ ਦੇ ਧਰਮ ਕਰਮ ਗੁਰੂ ਸਾਹਿਬ ਨੇ ਰੱਖ ਲਏ। ਉਹਨਾਂ ਦਾ ਜਨੇਊ, ਉਹਨਾਂ ਦਾ ਤਿਲਕ ਜਿਹੜਾ ਖਤਰੇ 'ਚ ਪੈ ਗਿਆ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਦੀ ਰੱਖਿਆ ਕੀਤੀ ਹੈ। ਗੋਬਿੰਦ ਸਿੰਘ ਭਏ ਕਲ ਧਾਰੀ। ਉਸ ਤੋਂ ਉਪਰੰਤ ਕਲਾ ਧਾਰੀ, ਅਜਮਤਵਾਨ, ਸੂਰਬੀਰ, ਬਲਵੰਡ ਯੋਧੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਉੱਪਰ ਵਿਰਾਜਮਾਨ ਹੋਏ ਹਨ। ਵੈ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਸੂਰਬਲੀ ਮਹਾਯੋਧੇ ਸਤਿਗੁਰੂ ਤਖਤ 'ਤੇ ਬੈਠੇ ਹਨ। ਪਾਤਸ਼ਾਹੀ ਕੀਓ ਪੰਥ ਭਾਰੀ। ਉਹਨਾਂ ਨੇ ਜਿਹੜੀ ਪਾਤਸ਼ਾਹੀ ਸੀ, ਇਸ ਤਰ੍ਹਾਂ ਆਪਣੇ ਪੰਥ ਨੂੰ ਬਖਸ਼ਿਸ਼ ਕੀਤੀ ਹੈ। ਵੱਡੇ ਵੱਡੇ ਬਾਦਸ਼ਾਹ ਪੁੱਤਰਾਂ ਨੂੰ ਰਾਜ ਭਾਗ ਬਖਸ਼ਿਸ਼ ਕਰਦੇ ਜਾਂ ਉਹਨਾਂ ਕੋਲੋਂ ਕੋਈ ਖੋਹ ਲੈਂਦਾ ਹੈ, ਪਰ ਗੁਰੂ ਸਾਹਿਬ ਜੀ ਨੇ ਦਿਉ ਇਨ ਗਰੀਬ ਸਿੱਖਨ ਕੋ ਪਾਤਸ਼ਾਹੀ। ਜਿਹੜੇ ਗਰੀਬ ਸਿੱਖ ਸਨ ਉਹਨਾਂ ਨੂੰ ਪਾਤਸ਼ਾਹ ਨੇ ਪਾਤਸ਼ਾਹੀ ਬਖਸ਼ਿਸ਼ ਕਰਕੇ ਬਾਦਸ਼ਾਹ ਬਣਾ ਦਿੱਤਾ ਹੈ। ਦੀਪਕ ਤੇ ਦੀਪਕ ਜਾਗੇ। ਜਿਵੇਂ ਇੱਕ ਦੀਪਕ ਤੋਂ ਦੂਸਰਾ ਦੀਪਕ ਜਗ ਜਾਂਦਾ ਹੈ। ਇੱਕ ਦੀਵਾ ਬਲਦਾ ਹੋਵੇ ਤੇ ਤੁਸੀਂ ਦੂਜਾ ਦੀਵਾ ਬਾਲ ਸਕਦੇ ਹੋ। ਜੋ ਗੁਰ ਤੇ ਗੁਰ ਹੋਤ ਪਈ ਆਗੇ। ਇਸ ਤਰ੍ਹਾਂ ਇੱਕ ਸਤਿਗੁਰੂ ਸਾਹਿਬਾਨ ਜੀ ਤੋਂ ਦੂਸਰੇ ਗੁਰੂ ਸਾਹਿਬਾਨ ਤਖਤ 'ਤੇ ਬੈਠੇ ਨੇ। ਜੋਤ ਉਹੀ ਸੀ, ਬਸ ਸਰੀਰਕ ਚੋਲਾ ਹੀ ਬਦਲਦੇ ਰਹੇ। ਜੋਤ 오ਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਇਸੇ ਪ੍ਰਕਾਰ 10 ਜਾਮਿਆਂ ਵਿੱਚ ਪਹਿਲਾਂ ਸਰੀਰ ਵਿੱਚ ਵਰਤੀ, ਫਿਰ 11ਵੇਂ ਜਾਮੇ ਵਿੱਚ ਉਹੀ 10 ਪਾਤਸ਼ਾਹੀਆਂ ਦੀ ਜੋਤ ਗੁਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਪ੍ਰਤੱਖ ਤੌਰ 'ਤੇ ਜਹਰਾ ਜ਼ਹੂਰ ਤੌਰ 'ਤੇ ਵਰਤ ਗਈ। ਇਸ ਤਰ੍ਹਾਂ ਦੀਪਕ ਤੋਂ ਜਿਵੇਂ ਦੀਪਕ ਚੱਲਦਾ ਹੈ, ਇਸ ਤਰ੍ਹਾਂ ਗੁਰੂ ਸਾਹਿਬਾਨ ਜੀ ਤੋਂ ਅਗਲੇ ਦੂਸਰੇ ਗੁਰੂ ਸਾਹਿਬਾਨ, ਤੀਸਰੇ, ਚੌਥੇ, ਇਸ ਤਰ੍ਹਾਂ 10 ਸਤਿਗੁਰੂ ਸਾਹਿਬਾਨਾਂ ਤੱਕ ਜੋਤ ਵਰਤੀ ਹੈ। ਸਿਰੇ ਸਤਿਗੁਰੂ ਜੋ 10 ਪਏ,
ਦਏ ਉਨਕੇ ਨਾਮ ਸੁਨਾਏ। ਭਾਈ ਰਤਨ ਸਿੰਘ ਜੀ ਕਹਿੰਦੇ ਜੋ ਸਤਿਗੁਰੂ 10 ਸਹਿਬਾਨ ਹੋਏ ਨੇ ਉਹਨਾਂ ਦੇ ਨਾਮ ਮੈਂ ਕੈਪਟਨ ਮਰੀ ਨੂੰ ਸੁਣਾ ਦਿੱਤੇ ਹਨ। ਤਿਮਹੀ ਬੂਟੇ ਸ਼ਾਹ ਤੇ ਲਏ ਆਪਣੀ ਕਿਤਾਬ ਲਿਖਵਾਏ। ਉਹਨੇ ਬੂਟੇ ਸ਼ਾਹ ਦੇ ਕੋਲੋਂ ਵੀ ਕਿਤਾਬ ਲਿਖਵਾਈ ਹੋਈ ਸੀ। ਉਹਦੇ ਵਿੱਚ ਵੀ ਕੁਝ ਕੁ ਇਤਿਹਾਸ ਇਸ ਤਰ੍ਹਾਂ ਲਿਖਿਆ ਸੀ, ਭਾਵੇਂ ਸਿੱਖਾਂ ਦੇ ਖਿਲਾਫ ਹੀ ਲਿਖਿਆ ਸੀਗਾ। ਉਹਨੇ ਬੂਟੇ ਸ਼ਾਹ ਵਾਲੀ ਕਿਤਾਬ ਵੀ ਰੱਖ ਲਈ ਅਤੇ ਭਾਈ ਰਤਨ ਸਿੰਘ ਜੀ ਨੇ ਜਿਤਨੀ ਤਵਾਰੀਖ ਲਿਖਾਈ ਹੈ ਉਹ ਵੀ ਤਵਾਰੀਖ ਜਿਹੜੀ ਸੀ ਕੈਪਟਨ ਮਰੀ ਨੇ ਲਿਖ ਕੇ ਰੱਖ ਲਈ ਹੈ। ਤਬ ਮਾਲੀ ਨੇ ਫਿਰ ਕਹਿਓ ਯਹ ਵੀ ਭੇਦ ਬਤਾਏ। ਕੈਪਟਨ ਮਰੀ ਭਾਈ ਸਾਹਿਬ ਨੂੰ ਕਹਿਣ ਲੱਗਾ ਕਿਰਪਾ ਕਰਕੇ ਮੈਨੂੰ ਇਹ ਵੀ ਥੋੜਾ ਜਿਹਾ ਇੱਕ ਭੇਦ ਖੋਲ ਕੇ ਸੁਣਾ ਦਿਓ, ਸਮਝਾ ਦਿਓ। ਬਾਦਸ਼ਾਹਨ ਔਰ ਗੁਰਨ ਕੋ ਪਰਿਓ ਬੈਰ ਜਿਤ ਭਾਏ। ਗੁਰੂ ਸਾਹਿਬਾਂ ਦਾ ਤੇ ਸਮੇਂ ਦੇ ਬਾਦਸ਼ਾਹਾਂ ਦਾ ਆਪਸ ਵਿੱਚ ਬੜਾ ਰੋਸ ਤੇ ਵੈਰ ਸੀਗਾ। ਇਹ ਰੋਸ, ਇਹ ਵੈਰ ਕਿਸ ਤਰ੍ਹਾਂ ਪੈਦਾ ਹੋਇਆ, ਉਹਦਾ ਕਾਰਨ ਕੀ ਸੀ ਕਿ ਆਪਸ ਵਿੱਚ ਉਹਨਾਂ ਨੂੰ ਜੰਗ ਵੀ ਕਰਨੇ ਪਏ। ਜੋ ਪਈ ਤਬ ਮੈਂ ਉਸਕੋ ਭੇਦ ਬਤਾਇਓ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਸ ਵਕਤ ਕੈਪਟਨ ਮਰੀ ਨੂੰ ਸਾਰਾ ਭੇਦ ਜਿਹੜਾ ਉਹ ਖੋਲ ਕੇ ਸੁਣਾਇਆ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਦੇ ਨਾਲ ਬਾਦਸ਼ਾਹਾਂ ਨੇ ਵੈਰ ਕਮਾਇਆ, ਗੁਰੂ ਸਾਹਿਬ ਨੇ ਨਹੀਂ ਵੈਰ ਕਮਾਇਆ। ਉਹ ਤਾਂ ਨਿਰਭਉ ਨਿਰਵੈਰ ਨੇ, ਉਹ ਨਹੀਂ ਕਿਸੇ ਨਾਲ ਵੈਰ ਕਮਾਉਂਦੇ। ਪਰ ਸਮੇਂ ਦੇ ਬਾਦਸ਼ਾਹ ਜਿਹੜੇ ਸਨ ਉਹ ਈਰਖਾਵਸ ਹੋ ਕੇ ਗੁਰੂ ਸਾਹਿਬ ਜੀ ਦਾ ਜਸ ਪ੍ਰਤਾਪ ਤੇ ਸੱਚ ਦਾ ਪ੍ਰਚਾਰ ਵੇਖ ਕੇ ਗੁਰੂ ਮਹਾਰਾਜ ਜੀ ਦੇ ਨਾਲ ਇਸ ਤਰ੍ਹਾਂ ਵੈਰ ਕਮਾਉਂਦੇ ਹਨ। ਕਦੇ ਤਾਂ ਉਹ ਰਾਜੀ ਹੋ ਜਾਂਦੇ ਨੇ, ਗੁਰੂ ਸਾਹਿਬ ਜੀ ਨਾਲ ਮੇਲ ਮਿਲਾਪ ਕਰਕੇ ਖੁਸ਼ ਹੋ ਜਾਂਦੇ ਨੇ, ਫਿਰ ਗੁੱਸੇ ਹੋ ਜਾਂਦੇ ਨੇ। ਜਦੋਂ ਲੋੜ ਹੋਣੀ ਰਾਜੀ ਹੋ ਜਾਣਾ, ਜਦੋਂ ਲੋੜ ਦੀ ਪੂਰਤੀ ਹੋਣੀ ਤੇ ਫਿਰ ਗੁੱਸੇ ਹੋ ਜਾਣਾ। ਇਸ ਤਰ੍ਹਾਂ ਹੀ ਉਹ ਹਮੇਸ਼ਾ ਹੀ ਗੁਰੂ ਸਾਹਿਬ ਜੀ ਦੇ ਨਾਲ ਵਰਤਦੇ ਆਏ ਹਨ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਲੋੜ ਹੁੰਦੀ ਸੀ, ਪਤਾ ਲੱਗ ਜਾਂਦਾ ਸੀ ਵੀ ਹੁਣ ਤਾਂ ਸਿਰ ਤੇ ਆਣ ਪੈਣੀ ਹੈ, ਵੀ ਭਿਅੰਕਰ ਸਮਾਂ ਆ ਗਿਆ ਤੇ ਕਿਤੇ ਜੰਗ ਨਾ ਕਰਨੀ ਪੈ ਜਾਏ, ਕਿਤੇ ਹਾਰ ਨਾ ਹੋ ਜਾਏ। ਇਸ ਤਰ੍ਹਾਂ ਜਦੋਂ ਉਹਨਾਂ ਨੂੰ ਭਾਉ ਪੈਦਾ ਹੋ ਜਾਂਦਾ ਸੀ, ਫਿਰ ਉਹ ਗੁਰੂ ਸਾਹਿਬ ਦੇ ਕੋਲ ਆ ਜਾਂਦੇ ਸਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਅਤੇ ਸਤਿਗੁਰਾਂ ਦੇ ਕੋਲ ਆ ਕੇ ਆਪਣੀਆਂ ਭੁੱਲਾਂ ਬਖਸ਼ਾ ਕੇ ਅਤੇ ਚਿੱਤ ਦਾ ਭਾਉ ਨਿਵਰਤ ਕਰਕੇ ਚਲੇ ਜਾਂਦੇ ਸਨ। ਇਸ ਤਰ੍ਹਾਂ ਗੁੱਸਾ ਗਿਲਾ ਸ਼ੁਰੂ ਤੋਂ ਚੱਲਦਾ ਰਿਹਾ। ਜਿਵੇਂ ਬਾਬਰ ਸੀਗਾ, ਫਿਰ ਉਸ ਤੋਂ ਬਾਅਦ ਬਾਬਰ ਤੋਂ ਬਾਅਦ ਹਮਾਯੂ ਤਖਤ 'ਤੇ ਬੈਠਾ, ਅਕਬਰ ਬੈਠਾ, ਫਿਰ ਸ਼ਾਹਜਹਾਨ ਉਹਨੇ ਮਹਾਰਾਜ ਧੰਨ ਸ਼੍ਰੀ ਗੁਰੂ ਜਹਾਂਗੀਰ ਜਿਹੜਾ ਸੀ ਉਹ ਤਖਤ 'ਤੇ ਬੈਠਾ। ਅਕਬਰ ਤੋਂ ਬਾਅਦ ਉਹਨੇ 5ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ। ਫਿਰ ਸ਼ਾਹਜਹਾਨ ਬਾਦਸ਼ਾਹ ਤਖਤ 'ਤੇ ਬੈਠਾ, ਉਹਦੇ ਨਾਲ 4 ਜੰਗਾਂ 6ਵੇਂ ਪਾਤਸ਼ਾਹ ਜੀ ਨੇ ਕੀਤੀਆਂ। ਅਤੇ ਉਪਰੰਤ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ, ਉਹ ਪੁੱਤਰ ਸੀ ਸ਼ਾਹਜਹਾਨ ਦਾ, ਉਹ ਤਖਤ 'ਤੇ ਬੈਠਾ, ਉਹਨੇ ਪਿਓ ਕੈਦ ਕੀਤਾ ਅਤੇ ਦਾਰਾ ਸ਼ਕੋ ਆਪਣਾ ਭਰਾ ਵੀ ਕਤਲ ਕਰਾ ਦਿੱਤਾ। ਐਡਾ ਜ਼ੁਲਮੀ ਸੀ ਔਰੰਗਜ਼ੇਬ ਬਾਦਸ਼ਾਹ। ਅਤੇ ਉਹ ਜਦੋਂ ਔਰੰਗੇ ਦਾ ਰਾਜ ਭਾਗ ਸਥਾਪਿਤ ਹੋਇਆ ਹੈ, ਉਹਦੇ ਦਿਲ ਦੇ ਵਿੱਚ ਬਹੁਤ ਵੱਡਾ ਪਾਪ ਜਿਹੜਾ ਭਾ ਗਿਆ, ਉਹਨੂੰ ਚੰਗਾ ਲੱਗ ਗਿਆ। ਹਾਲਾਂਕਿ ਇਹ ਜਿਹੜੀ ਨੀਂਹ ਸੀ ਉਹ ਤਾਂ ਜਹਾਂਗੀਰ ਹੀ ਰੱਖ ਗਿਆ ਸੀ ਨਾ, ਜਦੋਂ ਉਹਨੇ 5ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ। ਉਹ ਵੀ ਬੜਾ ਕੱਟੜਪੰਥੀ ਸੀਗਾ ਅਤੇ ਉਹ ਈਰਖਾਵਾਸੀ ਹੋ ਕੇ ਉਹਨੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ। ਚੰਦੂ ਦਾ ਬਹਾਨਾ ਬਣਿਆ ਵਿੱਚ। ਗਲਤੀ ਚੰਦੂ ਦੀ ਵੀ ਓਨੀ ਹੈ, ਆਪਾਂ ਚੰਦੂ ਨੂੰ ਗਲਤੀ ਤੋਂ ਮੁਕਤ ਨਹੀਂ ਕਰ ਸਕਦੇ। ਚੰਦੂ ਨੇ ਆਪਣੀ ਕਿੜ ਕੱਢਣੀ ਸੀ ਅਤੇ ਬਾਦਸ਼ਾਹ ਨੂੰ ਮੌਕਾ ਮਿਲ ਗਿਆ ਅਤੇ 5ਵੇਂ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਸ਼ਹਾਦਤ ਹੋਈ। ਫਿਰ ਸ਼ਾਹਜਹਾਨ ਨਾਲ ਜੰਗ ਹੋਏ। 4 ਜੰਗਾਂ ਜਦੋਂ ਸ਼ਾਹਜਹਾਨ ਹਾਰ ਗਿਆ, ਫਿਰ ਉਹ ਟਿਕ ਕੇ ਬੈਠਾ। ਉਹਨੂੰ ਪਤਾ ਸੀ ਵੀ ਹੁਣ ਮੇਰਾ ਵੱਸ ਨਹੀਂ ਚੱਲਣਾ ਇਹਨਾਂ ਦੇ ਉੱਤੇ। ਅਤੇ ਇਸ ਪ੍ਰਕਾਰ ਜਦੋਂ ਔਰੰਗਜ਼ੇਬ ਬਾਦਸ਼ਾਹ ਤਖਤ 'ਤੇ ਬੈਠਾ, ਬੜੋ ਪਾਪ ਉਸ ਕੈ ਦਿਲ ਭਾਇਓ, ਉਹਦੇ ਦਿਲ ਦੇ ਵਿੱਚ ਵੱਡਾ ਜਿਹੜਾ ਪਾਪ ਕਰਨਾ ਭਾਇਆ ਚੰਗਾ ਲੱਗਿਆ ਹੈ। ਇੱਧਰ ਔਰੰਗਜ਼ੇਬ ਬਾਦਸ਼ਾਹ ਦਿੱਲੀ ਵਿੱਚ ਤਖਤ 'ਤੇ ਬੈਠਾ ਰਾਜ ਕਰਦਾ ਹੈ। ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚ ਦਾ ਪ੍ਰਚਾਰ ਕਰਦੇ ਹਨ। ਦੋਹਾਂ ਜਹਾਨਾਂ ਦੇ ਵਿੱਚ ਦੋਨੇ ਹੀ ਪ੍ਰਗਟ ਹੋ ਗਏ। 9ਵੇਂ ਪਾਤਸ਼ਾਹ ਜੀ ਮਹਾਰਾਜ
ਉਹਨਾਂ ਦੀ ਬੜੀ ਕਮਾਈ ਸੀ। ਗੁਰੂ ਨਾਨਕ ਸਾਹਿਬ ਜੀ ਦੇ 9ਵੇਂ ਸਰੂਪ ਸੱਚ ਦਾ ਉਹ ਪ੍ਰਚਾਰ ਕਰਦੇ ਰਹੇ ਸਤਿਗੁਰੂ ਗਰੀਬ ਨਿਵਾਜ ਜੀ। ਅਤੇ ਦੂਸਰੇ ਪਾਸੇ ਸਾਧ ਸੰਗਤ ਜੀ, ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਉਹ ਬੜਾ ਵੱਡਾ ਜ਼ੁਲਮੀ ਸੀਗਾ, ਉਹ ਵੀ ਪ੍ਰਗਟ ਹੋ ਗਿਆ। 9ਵੇਂ ਪਾਤਸ਼ਾਹ ਸੱਚ ਦੀ ਕਮਾਈ ਕਰਕੇ ਸੱਚ ਪ੍ਰਚਾਰਦੇ ਰਹੇ ਅਤੇ ਪ੍ਰਗਟ ਹੋ ਗਏ। ਅਤੇ ਦੂਸਰੇ ਪਾਸੇ ਔਰੰਗਜ਼ੇਬ ਪਾਪ ਕਰਦਾ ਰਿਹਾ ਅਤੇ ਦੋਹੀਂ ਜਹਾਨੀ ਉਹ ਵੀ ਪ੍ਰਗਟ ਹੋ ਗਿਆ, ਉਹਦੇ ਪਾਪ ਉਜਾਗਰ ਹੋ ਗਏ ਹਨ। ਦੋਹਰਾ ਹੋਤੋ ਨੋ ਰੰਗੇ ਪ੍ਰਣ ਕੀਓ ਤਖਤ ਬਹਿਨ ਜੋ ਕਾਰ। ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਤਖਤ 'ਤੇ ਬੈਠਾ, ਤਖਤ 'ਤੇ ਬਹਿਣ ਵਕਤ ਉਹਨੇ ਇਹ ਪ੍ਰਣ ਕੀਤਾ ਹੈ, ਤੁਰਕ ਕਰੋ ਸਭ ਹਿੰਦੂਆਂ ਸੂਬੇ ਬਾਈਨ ਭਾਲ। ਕਹਿੰਦਾ ਹੈ ਕਿ ਜਿਹੜੇ 22 ਸੂਬੇ ਨੇ ਇੱਥੋਂ ਦੇ, 22 ਸੂਬਿਆਂ ਦੇ ਵਿੱਚ ਜਿੰਨੇ ਵੀ ਹਿੰਦੂ ਵਸਦੇ ਨੇ ਉਹਨਾਂ ਨੂੰ ਲੱਭ ਲੱਭ ਕੇ ਮੈਂ ਤੁਰਕ ਬਣਾ ਦਿਆਂਗਾ, ਮੁਸਲਮਾਨ ਬਣਾ ਦਿਆਂਗਾ। ਜੋ ਪਏ ਤੇਗ ਬਹਾਦਰ ਵੱਡ ਪਲ ਧਾਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬੜੇ ਵੱਡੇ ਬਲ ਧਾਰੀ ਹਨ, ਸੂਰਮੇ ਹਨ। ਪ੍ਰਗਟ ਭਈ ਗੱਲ ਦੁਨੀਆ ਸਾਰੀ। ਇਹ ਜਿਹੜੀ ਗੱਲ ਸਾਰੀ ਦੁਨੀਆ ਵਿੱਚ ਪ੍ਰਗਟ ਹੋ ਗਈ। ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਗਲ ਹਿੰਦ ਪੈ ਢਾਪੀ ਚਾਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਤਨ ਦੀ ਚਾਦਰ ਪਾ ਦਿੱਤੀ ਸਾਰੇ ਹਿੰਦੁਸਤਾਨ ਦੇ ਉੱਪਰ। ਸਾਰਿਆਂ ਦੀ ਲਾਜਪਤ ਮੇਰੇ ਪਾਤਸ਼ਾਹ ਨੇ ਰੱਖ ਲਈ ਹੈ। ਆਏ ਪਰੇ ਕੋ ਦੁੱਖ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਵੀ ਕੋਈ ਆ ਕੇ ਚਰਨੀ ਪੈ ਜਾਂਦਾ ਹੈ, ਆਪਣਾ ਦੁੱਖ ਮਹਾਰਾਜ ਜੀ ਨੂੰ ਸੁਣਾਉਂਦਾ ਹੈ। ਚਰਨ ਮੈਂ ਹੋਵੇ ਸੁਖ। ਹਜ਼ੂਰ ਦੇ ਚਰਨੀ ਪੈਣ ਦੇ ਨਾਲ ਉਹ ਸੁਖੀ ਹੋ ਜਾਂਦੇ ਨੇ, ਉਹਨਾਂ ਦੇ ਮਨ ਨੂੰ ਟਿਕਾ ਮਿਲ ਜਾਂਦਾ ਹੈ, ਆਨੰਦ ਮਿਲ ਜਾਂਦਾ ਹੈ। ਮਨ ਤੇ ਤਨ ਦੇ ਸਾਰੇ ਜਿਹੜੇ ਦੁੱਖ ਨੇ ਉਹ ਨਿਵਰਤ ਹੋ ਜਾਂਦੇ ਹਨ। ਮਤਲਬ ਸੁਖ ਕੀ ਸਾਰੀ। ਵੈਸੇ ਤਾਂ ਸਾਰੀ ਦੁਨੀਆ ਜਿਹੜੀ ਖਾਲਸਾ ਜੀ ਇਹ ਮਤਲਬ ਦੀ ਹੈ, ਅਤੇ ਮਤਲਬ ਕਾਹਦਾ? ਸੁੱਖ ਦਾ। ਸੁੱਖ ਦੇ ਨਾਲ ਹੀ ਹਰ ਕਿਸੇ ਦਾ ਮਤਲਬ ਹੁੰਦਾ ਹੈ, ਅਤੇ ਮਤਲਬ ਤੋਂ ਬਿਨਾਂ ਤਾਂ ਮਨੁੱਖ ਦਾ ਕਿਸੇ ਦੂਸਰੇ ਨਾਲ ਕੋਈ ਸੰਬੰਧ ਹੀ ਨਹੀਂ ਹੋ ਸਕਦਾ। ਸੁੱਖ ਦਾ ਸੰਬੰਧ ਹੈ ਮਤਲਬ ਕਰਕੇ, ਸਵਾਰਥ ਕਰਕੇ ਮਨੁੱਖ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਮਨੁੱਖ ਦੇ ਮਨ ਦੇ ਅੰਦਰ ਭੈ ਹੁੰਦਾ ਨਾ, ਡਰ ਹੁੰਦਾ ਭਾਰੀ, ਫਿਰ ਉਹ ਗੁਰੂ ਸਾਹਿਬ ਦੀ ਸ਼ਰਨ ਆ ਜਾਂਦਾ ਹੈ, ਅਰਦਾਸ ਕਰਦਾ ਮਹਾਰਾਜ ਕਿਰਪਾ ਕਰੋ, ਮੇਰੇ ਅੰਦਰ ਦਾ ਭੈ ਜਿਹੜਾ ਨਿਵਰਤ ਕਰ ਦਿਓ। ਇੱਕ ਪ੍ਰਕਰਨ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦਾ, ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਗੁਰਮੁਖ ਨੇ ਅਰਦਾਸ ਕੀਤੀ, ਮਹਾਰਾਜ ਤੁਹਾਡੇ ਚਰਨਾਂ ਵਿੱਚ ਕਿੰਨੇ ਹੀ ਮਨੁੱਖ ਆਉਂਦੇ ਨੇ ਅਤੇ ਸਭ ਦਾ ਪਾਰ ਉਤਾਰਾ ਹੁੰਦਾ ਹੋਵੇਗਾ। ਸਤਿਗੁਰੂ ਕਹਿੰਦੇ ਨਹੀਂ ਗੁਰਮੁਖਾ, ਜਦੋਂ ਵੀ ਸਾਡੇ ਪਾਸ ਸੰਗਤ ਆਉਂਦੀ ਹੈ ਨਾ, ਕੋਈ ਸੁੱਖ ਲੈਣ ਆਉਂਦਾ ਹੈ, ਉਹਨੂੰ ਸੁੱਖ ਤੱਕ ਮਤਲਬ ਹੁੰਦਾ ਵੀ ਬਸ ਵੀ ਇੱਥੋਂ ਸੁੱਖ ਮਿਲ ਜਾਣਾ। ਅਤੇ ਕੋਈ ਮਨੁੱਖ ਸੁੱਖਾਂ ਦੀ ਖੈਰ ਮੰਗਣ ਆਉਂਦਾ, ਡਰਦਾ ਆਉਂਦਾ। ਇੱਕ ਸੁੱਖ ਲੈਣ ਆ ਗਿਆ ਕਿਉਂਕਿ ਦੁਖੀ ਸੀ, ਇੱਕ ਸੁੱਖ ਦੀ ਖੈਰ ਲੈਣ ਆਇਆ, ਭਾਵ ਕਿ ਮੇਰੇ ਕੋਲ ਜਿਹੜੇ ਮੌਜੂਦਾ ਸੁੱਖ ਨੇ ਕਿਤੇ ਰੱਬ ਖੋਹ ਨਾ ਲਏ। ਬੰਦਾ ਇਸ ਗੱਲ ਤੋਂ ਵੀ ਡਰਦਾ ਹੈ ਵੀ ਕਿਤੇ ਸੁੱਖ ਨਾ ਮੇਰਾ ਚਲਿਆ ਜਾਏ। ਦੁੱਖ ਕਰਕੇ ਤਾਂ ਦੁਖੀ ਹੋ ਕੇ ਆਉਂਦਾ ਹੀ ਹੈ, ਪਰ ਸੁੱਖ ਦੀ ਖੈਰ ਮੰਗਣ ਵਾਸਤੇ ਵੀ ਆਉਂਦਾ ਹੈ। ਕੋਈ ਤਨ ਦੇ ਰੋਗ ਕਰਕੇ ਆਉਂਦਾ ਹੈ, ਕੋਈ ਮਨ ਦੇ ਰੋਗਾਂ ਕਰਕੇ ਆਉਂਦਾ ਹੈ, ਪਰ ਨਾਮ ਦੀ ਦਾਤ ਮੰਗਣ ਵਾਲਾ ਕੋਈ ਵਿਰਲਾ ਵਿਰਲਾ ਹੀ ਆਉਂਦਾ ਹੈ ਸਾਡੇ ਕੋਲ। ਪਾਰ ਉਤਾਰਾ ਤਾਂ ਉਸੇ ਦਾ ਹੀ ਹੋਣਾ ਹੈ ਜਿਹੜਾ ਸਾਡੇ ਪਾਸ ਨਾਮ ਦੀ ਇੱਛਾ ਲੈ ਕੇ, ਨਾਮ ਦਾ ਪ੍ਰੇਮ ਲੈ ਕੇ ਆਉਂਦਾ, ਉਹਦਾ ਪਾਰ ਉਤਾਰਾ ਅਸੀਂ ਕਰਦੇ ਹਾਂ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਭਾਂਤ ਭਾਂਤ ਪ੍ਰਕਾਰ ਦੇ ਜੀਵ ਆਉਂਦੇ ਨੇ, ਅਤੇ ਜਿਹੜਾ ਵੀ ਆਉਂਦਾ ਮਨ ਇੱਛਤ ਫਲ ਜਿਹੜੇ ਗੁਰੂ ਸਾਹਿਬ ਦੇ ਕੋਲੋਂ ਪ੍ਰਾਪਤ ਕਰਕੇ ਜਾਂਦਾ ਹੈ। ਜਿਹੜਾ ਵੀ ਭੈ ਕਰਕੇ, ਦੁੱਖ ਕਰਕੇ ਹਜ਼ੂਰ ਦੇ ਚਰਨਾਂ ਵਿੱਚ ਆਉਂਦਾ ਅਤੇ ਗੁਰੂ ਸਾਹਿਬ ਜੀ ਦੇ ਚਰਨੀ ਲੱਗਦਿਆਂ ਹੀ ਤੁਰੰਤ ਉਹਨਾਂ ਦੇ ਸਾਰੇ ਜਿਹੜੇ ਦੁੱਖ ਹਨ ਉਹ ਨਿਵਰਤ ਹੋ ਜਾਂਦੇ ਹਨ। ਇਹ ਜਿਹੜੀ ਗੱਲ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਈ, ਕੋਨੇ ਕੋਨੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਹੋਣ ਲੱਗਾ ਹੈ। ਚਲੀ ਕਹਾਵਤ ਸਭ ਜਗ੍ਹਾ ਇਹ ਸਾਚੋ ਅਵਤਾਰ। ਇਹ ਜਿਹੜੀ ਕਹਾਵਤ ਸਾਰੇ ਸੰਸਾਰ ਵਿੱਚ ਚੱਲ ਪਈ ਹੈ
ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਅਵਤਾਰ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਹਨ। ਸਰਨੀ ਆਵੈ ਜੋ ਸੈ ਸੋ ਉਤਰੈ ਪਾਰ। ਜਿਹੜਾ ਸਤਿਗੁਰਾਂ ਦੀ ਸ਼ਰਣੀ ਆ ਜਾਂਦਾ ਹੈ, ਹਜ਼ੂਰ ਦੇ ਚਰਨਾਂ ਦਾ ਓਟ ਆਸਰਾ ਧਾਰਨ ਕਰ ਲੈਂਦਾ ਹੈ, ਉਹ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਮਹਾਰਾਜ ਉਸ ਜੀਵ ਦਾ ਭਲਾ ਕਰ ਦਿੰਦੇ ਹਨ। ਜੋ ਪਈ ਤੋਲੋ ਤੁਰਕਨ ਪਾਇਓ ਜੋਰ। ਦੂਸਰੇ ਪਾਸੇ ਜਿਹੜੇ ਤੁਰਕ ਸਨ, ਉਹਨਾਂ ਨੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹਰ ਪਾਸੇ ਕੋਨੇ-ਕੋਨੇ ਵਿੱਚ ਆਪਣਾ ਜ਼ੋਰ ਪਾ ਲਿਆ, ਆਪਣੀ ਤਾਕਤ ਬਲ ਵਧਾ ਦਿੱਤਾ ਹੈ। ਮੁਸਲਮਾਨ ਕਰੇ ਹਿੰਦੂਨ ਟੋਰ। ਜਿਹੜੇ ਹਿੰਦੂ ਸਨ ਉਹਨਾਂ ਨੂੰ ਲੱਭ-ਲੱਭ ਕੇ ਉਹ ਮੁਸਲਮਾਨ ਬਣਾਉਣ ਲੱਗ ਪਏ ਹਨ। ਉਹ ਹਿੰਦੂਆਂ ਕੋ ਚਿੰਤਾ ਪਰੀ। ਔਰੰਗਜ਼ੇਬ ਨੇ ਜ਼ੁਲਮ ਦਾ ਝੱਖੜ ਚੁਲਾ ਦਿੱਤਾ, ਮੰਦਰ ਢਾ ਦਿੱਤੇ ਉਹਨੇ। ਇਸ ਪ੍ਰਕਾਰ ਸਾਧ ਸੰਗਤ ਹਿੰਦੂਆਂ ਦੇ ਮਨ ਦੇ ਵਿੱਚ ਚਿੰਤਾ ਪੈ ਗਈ, ਉਹਨਾਂ ਦਾ ਧਰਮ ਜਿਹੜਾ ਸੰਕਟ ਵਿੱਚ ਪੈ ਗਿਆ ਹੈ। ਮਸਲਤ ਇਉਂ ਤਬ ਹਿੰਦੂਆਂ ਕਰੀ। ਇਸ ਤਰ੍ਹਾਂ ਸਾਰੇ ਹਿੰਦੂਆਂ ਨੇ ਆਪਸ ਵਿੱਚ ਮਿਲ ਕੇ ਵਿਚਾਰ ਵਟਾਂਦਰਾ ਕੀਤਾ ਹੈ। ਗਲ ਲਗਾਈਏ ਬ੍ਰਾਹਮਣ ਸੀਸ। ਜਿਹੜੇ ਵਿਚਾਰੇ ਮਹਾਤੜ ਸਨ, ਪਿੰਡਾਂ ਵਿੱਚ ਰਹਿੰਦੇ ਸਨ, ਆਪਣਾ ਕਿਰਤ ਵਿਰਤ ਕਰਦੇ ਸਨ, ਉਹ ਕਹਿੰਦੇ ਨੇ ਵੀ ਅਸੀਂ ਹਿੰਦੂ ਤਾਂ ਹਾਂ, ਪਰ ਆਪਾਂ ਇਉਂ ਕਰਦੇ ਹਾਂ ਵੀ ਇਹ ਗੱਲ ਆਪਾਂ ਬ੍ਰਾਹਮਣਾਂ ਦੇ, ਇਹ ਗੱਲ ਬ੍ਰਾਹਮਣਾਂ ਦੇ ਗਲ ਪਾ ਦਿੰਦੇ ਆ, ਕਿਉਂਕਿ ਉਹ ਜਿਹੜੇ ਬ੍ਰਾਹਮਣ ਨੇ, ਬ੍ਰਾਹਮਣ ਗੁਰੂ ਹੈ ਜਗਤ, ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ, ਉਹ ਗੁਰੂ ਕਹਾਉਂਦੇ ਨੇ ਨਾ, ਆਪਣੇ ਆਪ ਨੂੰ ਵੱਡੇ ਕਹਾਉਂਦੇ ਨੇ। ਤੇ ਆਪਾਂ ਇਉਂ ਕਰਦੇ ਹਾਂ ਵੀ ਆਪਾਂ ਇਹ ਗੱਲ ਉਹਨਾਂ ਦੇ ਗਲ ਵਿੱਚ ਪਾ ਦਿੰਦੇ ਹਾਂ। ਜੋਨ ਕੀ ਕਛੂ ਮਨੈ ਜਗਦੀਸ਼। ਤੇ ਹੋ ਸਕਦਾ ਵੀ ਬ੍ਰਾਹਮਣਾਂ ਦੀ ਗੱਲ ਔਰੰਗਜ਼ੇਬ ਮੰਨ ਲਏ। ਅਸੀਂ ਇਹ ਕਹਿ ਦਿਆਂਗੇ ਵੀ ਜੇਕਰ ਬ੍ਰਾਹਮਣ ਮੁਸਲਮਾਨੀ ਧਰਮ ਕਬੂਲ ਕਰਦੇ ਨੇ, ਤੁਹਾਡਾ ਦੀਨ ਕਬੂਲ ਕਰਦੇ ਨੇ, ਤੇ ਫਿਰ ਸਾਡੀ ਕੀ ਔਕਾਤ ਹੈ, ਉਹਨਾਂ ਦੇ ਪਿੱਛੇ ਅਸੀਂ ਵੀ ਹਿੰਦੂ ਮੁਸਲਮਾਨ ਬਣ ਜਾਵਾਂਗੇ। ਗਰੀਬਨ ਨੇ ਹੱਥ ਜੋੜੇ। ਇਸ ਤਰ੍ਹਾਂ ਜਿਹੜੇ ਕਿਰਤੀ ਵਿਰਤੀ ਵਿਚਾਰੇ ਗਰੀਬ ਸਨ, ਉਹ ਇਕੱਠੇ ਹੋ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਹੱਥ ਜੋੜ ਕੇ ਖਲੋ ਗਏ ਹਨ। ਅੱਗੇ ਖੜੇ ਭਏ ਸੋੜੇ। ਹਿਰਦੇ ਦੇ ਵਿੱਚ ਭੈ ਜਿਹੜਾ ਡਰ ਧਾਰਨ ਕਰਕੇ, ਫਿਕਰਮੰਦ ਹੋ ਕਰਕੇ, ਸ਼ਰਮਿੰਦੇ ਜਿਹੇ ਹੋ ਕੇ ਸਨਮੁਖ ਖਲੋ ਗਏ ਔਰੰਗੇ ਦੇ। ਬ੍ਰਾਹਮਣੋ ਕੇ ਅਧੀਨ। ਆਖਦੇ ਹਨ ਕਿ ਹੇ ਬਾਦਸ਼ਾਹ, ਅਸੀਂ ਸਾਰੇ ਜਿਹੜੇ ਹਿੰਦੂ ਉਹ ਬ੍ਰਾਹਮਣਾਂ ਦੇ ਅਧੀਨ, ਉਹਨਾਂ ਦੇ ਅਨੁਸਾਰ ਚੱਲਣ ਵਾਲੇ ਹਾਂ। ਤੇ ਆਪ ਜੀ ਇਸ ਤਰ੍ਹਾਂ ਕਰੋ, ਪਹਿਲਾਂ ਤੁਸੀਂ ਉਹਨਾਂ ਨੂੰ ਦੀਨ ਮਜ਼ਹਬ ਜਿਹੜਾ ਹੈ ਉਹ ਕਬੂਲ ਕਰਾ ਲਓ, ਉਹਨਾਂ ਨੂੰ ਮੁਸਲਮਾਨ ਬਣਾ ਲਵੋ। ਤੇ ਜਦੋਂ ਉਹ ਮੁਸਲਮਾਨ ਬਣ ਜਾਣਗੇ ਤੇ ਉਹਨਾਂ ਦੇ ਪਿੱਛੇ ਪਿੱਛੇ ਫਿਰ ਅਸੀਂ ਸਾਰੇ ਜਾਣੇ ਹਿੰਦੂਆਂ ਤੋਂ ਮੁਸਲਮਾਨ ਬਣ ਜਾਵਾਂਗੇ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੇ ਗਰੀਬ ਹਿੰਦੂ ਸਨ, ਉਹਨਾਂ ਨੇ ਇਸ ਤਰ੍ਹਾਂ ਛਲ ਕੀਤਾ, ਆਪਣੇ ਗਲੋਂ ਗਲ ਲਾਹ ਕਰਕੇ ਉਹ ਬ੍ਰਾਹਮਣਾਂ ਦੇ ਗਲ ਵਿੱਚ ਪਾ ਦਿੱਤੀ ਹੈ। ਇਸ ਤਰ੍ਹਾਂ ਉਹਨਾਂ ਨੇ ਆਪਣੀ ਗੈਲ, ਆਪਣਾ ਪਿੱਛਾ ਔਰੰਗਜ਼ੇਬ ਤੋਂ ਛੁਡਾ ਲਿਆ ਹੈ। ਇਹ ਜਿਹੜੀ ਬਲਾ ਹੁਣ ਬ੍ਰਾਹਮਣਾਂ ਦੇ ਗਲ ਦੇ ਵਿੱਚ ਪਾ ਦਿੱਤੀ ਹੈ। ਔਰੰਗਜ਼ੇਬ ਨੇ ਉਸੇ ਵਕਤ ਆਪਣੇ ਦਰਬਾਰ ਦੇ ਵਿੱਚ ਜਿਹੜੇ ਮੁਖੀ ਬ੍ਰਾਹਮਣ ਸਨ ਉਹਨਾਂ ਨੂੰ ਸੱਦ ਲਿਆ, ਉਹਨਾਂ ਨੂੰ ਹੁਕਮ ਦੇ ਕਰਕੇ ਬੁਲਾ ਲਿਆ ਹੈ। ਉਹਨੇ ਹੁਕਮਨਾਮਾ ਸੁਣਾ ਦਿੱਤਾ ਕਿ ਤੁਸੀਂ ਮੁਸਲਮਾਨ ਬਣ ਜਾਓ ਜੇ ਆਪਣਾ ਭਲਾ ਚਾਹੁੰਦੇ ਹੋ, ਜੇ ਹਿੰਦੁਸਤਾਨ ਦੇ ਵਿੱਚ ਰਹਿਣਾ ਹੈ। ਤੁਹਾਨੂੰ ਜੋ ਚਾਹੀਦਾ, ਪੈਸਾ ਚਾਹੀਦਾ, ਪਦਾਰਥ ਚਾਹੀਦੇ ਨੇ, ਜੋ ਤੁਹਾਨੂੰ ਚਾਹੀਦਾ ਤੁਸੀਂ ਮੇਰੇ ਕੋਲੋਂ ਆ ਕੇ ਲੈ ਸਕਦੇ ਹੋ, ਪਰ ਤੁਸੀਂ ਮੁਸਲਮਾਨੀ ਧਰਮ ਜਿਹੜਾ ਉਹ ਕਬੂਲ ਕਰ ਲਓ, ਆਪਣਾ ਧਰਮ ਛੱਡ ਦਿਓ ਤੇ ਮੁਸਲਮਾਨ ਬਣ ਜਾਓ। ਹਾਂ, ਜੇਕਰ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਆਪਣਾ ਧਰਮ ਹੀ ਪਾਲਣਾ, ਵੀ ਅਸੀਂ ਹਿੰਦੂ ਹੀ ਰਹਿਣਾ, ਤੇ ਫਿਰ ਇਸ ਤਰ੍ਹਾਂ ਵੀ ਹਿੰਦੁਸਤਾਨ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਜਾਓ। ਜੇਕਰ ਹਿੰਦੂ ਬਣ ਕੇ ਮੇਰੇ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰਹੋਗੇ ਤੇ ਮੈਂ ਤੁਹਾਨੂੰ ਜਾਨੋਂ ਮਾਰ ਦਿਆਂਗਾ, ਕਿਸੇ ਨੂੰ ਜਿਉਂਦਾ ਨਹੀਂ ਛੱਡਾਂਗਾ। ਸਭ ਸੁਨ ਭਏ ਸੁਸ਼ਾਮ ਰੰਗ, ਜਨ ਮਰ ਗਇਓ ਪਰਿਵਾਰ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਉਹਨਾਂ ਨੇ ਇਹ ਬਚਨ ਸੁਣੇ ਨਾ ਤੇ ਸਿਆਮ ਰੰਗ ਦੇ ਹੋ ਗਏ, ਕਾਲਾ ਰੰਗ ਪੈ ਗਿਆ ਉਹਨਾਂ ਦਾ,
ਇੰਨਾ ਡਰ ਇੰਨਾ ਭੈ ਹਿਰਦੇ ਵਿੱਚ ਪੈਦਾ ਹੋ ਗਿਆ ਕਿ ਸਾਡਾ ਧਰਮ ਸੰਕਟ ਵਿੱਚ ਆ ਗਿਆ ਹੈ। ਤੇ ਇਸ ਪ੍ਰਕਾਰ ਇੱਦਾਂ ਮੰਨ ਲਓ ਜਨ ਮਰ ਗਏ ਉਹ ਪਰਿਵਾਰ, ਇੱਦਾਂ ਮੰਨ ਲਓ ਵੀ ਜਿਵੇਂ ਉਹਨਾਂ ਦਾ ਪਰਿਵਾਰ ਹੀ ਮਰ ਗਿਆ ਹੋਵੇ। ਇਕ ਦਿਸ਼ ਹੋਏ ਤੇ ਜਾਏ ਤਜ, ਜਾਈਏ ਕਹਾਂ ਸੰਸਾਰ। ਮਨ ਵਿੱਚ ਸੋਚਣ ਲੱਗੇ ਵੀ ਬਾਦਸ਼ਾਹ ਕਹਿੰਦਾ ਵੀ ਹਿੰਦੁਸਤਾਨ ਛੱਡ ਜਾਓ ਜੇ ਮੁਸਲਮਾਨ ਨਹੀਂ ਬਣਨਾ। ਜੇਕਰ ਤੁਰਕ ਇੱਕ ਦਿਸ਼ਾ ਵਿੱਚ ਹੋਵਣ ਫਿਰ ਦੂਜੇ ਪਾਸੇ ਤਾਂ ਅਸੀਂ ਜਾ ਸਕਦੇ ਹਾਂ। ਹਰ ਪਾਸੇ ਤਾਂ ਇਹਨਾਂ ਦਾ ਰਾਜ ਹੈ, ਕਿਹੜੇ ਪਾਸੇ ਜਾਵਾਂਗੇ ਹਿੰਦੁਸਤਾਨ ਛੱਡ ਕੇ? ਜਿੱਥੇ ਜਾਵਾਂਗੇ ਉੱਥੇ ਮੂਹਰੇ ਬੈਠੇ ਹੋਏ ਨੇ, ਤੇ ਜਿੱਥੇ ਜਾਵਾਂਗੇ ਉੱਥੇ ਸਾਡਾ ਧਰਮ ਤੇ ਸਾਡੀ ਜਾਨ ਇਹ ਖਤਰੇ ਵਿੱਚ ਸੰਕਟ ਵਿੱਚ ਹਨ। ਇਸ ਤਰ੍ਹਾਂ ਜਾਈਏ ਕਹਾਂ ਸੰਸਾਰ, ਸੰਸਾਰ ਵਿੱਚ ਅਸੀਂ ਕਿਹੜੀ ਜਗ੍ਹਾ ਤੇ ਕਿਹੜੀ ਥਾਂ ਤੇ ਜਾਣਾ ਕਰੀਏ। ਜੋ ਪਈ ਬ੍ਰਾਹਮਣ ਬਣੀ ਬੁਧ ਔਖੀ ਬਾਤ। ਇਸ ਤਰ੍ਹਾਂ ਬ੍ਰਾਹਮਣਾਂ ਵਾਸਤੇ ਗੱਲ ਬੜੀ ਔਖੀ ਬਣ ਗਈ, ਬੜਾ ਸੰਕਟ ਆ ਗਿਆ ਹੈ। ਦਿਨ ਅਰ ਰਾਤ, ਉਹਨਾਂ ਨੂੰ ਕੁਝ ਨਹੀਂ ਸੁੱਝ ਰਿਹਾ, ਨਾ ਦਿਨੇ ਕੁਝ ਸੁੱਝਦਾ ਨਾ ਰਾਤ ਕੁਝ ਸੁੱਝਦਾ ਹੈ। ਬਾਮਨ ਨੇ ਕਛ ਅਰਸਾ ਕੀਓ। ਫਿਰ ਇਸ ਪ੍ਰਕਾਰ ਉਹਨਾਂ ਨੇ ਆਪਸ ਵਿੱਚ ਕਹਿੰਦੇ ਥੋੜੀ ਸਲਾਹ ਕੀਤੀ, ਮਸ਼ਵਰਾ ਕੀਤਾ ਹੈ। ਲਗਾਵਨ ਵਿਲਾਪ ਸੋ ਲਿਓ। ਉਹਨਾਂ ਨੇ ਥੋੜੀ ਜੀ ਦੇਰੀ ਕੀਤੀ ਤੇ ਆਪਣੇ ਕੁਝ ਕੁ ਦਿਨ ਲੰਘਾਉਣ ਦਾ ਵਲਾਓ ਕਰ ਲਿਆ, ਛਲ ਕਰ ਲਿਆ ਹੈ। ਲਾਗੇ ਕਰਨ ਸੋ ਤਪ ਅਰ ਜਾਪ। ਬਾਦਸ਼ਾਹ ਨੂੰ ਆਖਿਆ ਵੀ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ, ਅਸੀਂ ਸਾਰੇ ਆਪਸ ਵਿੱਚ ਮਿਲ ਕੇ ਵਿਚਾਰ ਕਰ ਲੈਂਦੇ ਹਾਂ ਵੀ ਅਸੀਂ ਕੀ ਕਰਨਾ ਹੈ, ਅਸੀਂ ਹਿੰਦੁਸਤਾਨ ਛੱਡਣਾ ਜਾਂ ਅਸੀਂ ਮੁਸਲਮਾਨ ਬਣਨਾ ਹੈ। ਬਾਦਸ਼ਾਹ ਕਹਿੰਦਾ ਠੀਕ ਹੈ ਜਾਓ, ਪਰ ਛੇਤੀ ਮੈਨੂੰ ਦੱਸ ਦਿਓ। ਇਸ ਤਰ੍ਹਾਂ ਸਮਾਂ ਲੈ ਕਰਕੇ ਬ੍ਰਾਹਮਣ ਇਕੱਠੇ ਹੋ ਗਏ ਤੇ ਉਹਨਾਂ ਨੇ ਜਪ ਅਰ ਤਪ ਕਰਨਾ ਸ਼ੁਰੂ ਕਰ ਦਿੱਤਾ, ਭਗਤੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਗੇ ਸਿਰ ਰਹੇ ਖਾਪ। ਬੜੀਆਂ ਅਰਦਾਸਾਂ ਕਰਦੇ ਨੇ, ਇਹ ਭਗਵਾਨ ਜੀ ਪ੍ਰਗਟ ਹੋਵੋ, ਧਰਮ ਸੰਕਟ ਵਿੱਚ ਹੈ, ਖਤਰੇ ਵਿੱਚ ਹੈ। ਜਿਵੇਂ ਹੋਰ ਯੁਗਾਂ ਵਿੱਚ ਪ੍ਰਗਟ ਹੋ ਕਰਕੇ ਧਰਮ ਦੀ ਰਕਸ਼ਾ ਕਰਦੇ ਰਹੇ, ਹੁਣ ਵੀ ਧਰਮ ਦੀ ਰਕਸ਼ਾ ਕਰੋ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਦੇਵਤਾ ਨਾ ਜਾਗੇ, ਪਰ ਦੇਵਤਾ ਨਹੀਂ ਉਹਨਾਂ ਦਾ ਜਾਗਿਆ, ਸਿਰ ਖਪਾਉਂਦੇ ਰਹਿ ਗਏ ਹਨ। ਇੱਧਰ ਇਹ ਜਾਪ ਤਾਪ ਕਰਦੇ ਸਨ, ਉਧਰ ਕਹਿੰਦੇ ਜਿਹੜੇ ਚੁਗਲਖੋਰ ਸਨ ਨਾ, ਵੈਸੇ ਉਹਨਾਂ ਦਾ ਸੁਭਾਅ ਹੀ ਚੁਗਲੀ ਕਰਨਾ ਹੁੰਦਾ, ਇੱਧਰ ਉੱਧਰ ਉਂਗਲ ਲਾ ਦਿੱਤੀ, ਉੱਧਰ ਦੀ ਇੱਧਰ ਲਾ ਦਿੱਤੀ। ਤੇ ਚੁਗਲਖੋਰ ਜਿਹੜੇ ਹਨ ਉਹਨਾਂ ਨੇ ਵੇਖਿਆ ਵੀ ਇਹ ਤਾਂ ਜਪ ਤਪ ਕਰਨ ਲੱਗ ਪਏ, ਬੰਦਗੀ ਕਰਨ ਲੱਗ ਪਏ। ਉਹਨਾਂ ਨੇ ਜਾ ਕੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਚੁਗਲੀ ਕਰ ਦਿੱਤੀ ਹੈ। ਆਖਣ ਲੱਗੇ ਵੀ ਇਹ ਜਿਹੜੇ ਬਾਹਮਣ ਜਾਦੂ ਕਰਦੇ ਪਏ ਨੇ, ਕਿਤੇ ਨਾ ਹੋਵੇ ਤੇਰਾ ਰਾਜ ਭਾਗੀ ਪਲਟਾ ਦੇਣ, ਤੂੰ ਤਾਂ ਇਹਨਾਂ ਨੂੰ ਮੁਸਲਮਾਨ ਬਣਾਉਣਾ ਤੇ ਤੈਨੂੰ ਹੀ ਖਤਮ ਕਰ ਦੇਣਗੇ। ਸੁਨ ਸ਼ਾਹੀ ਨੂੰ ਰੰਗ ਤਬ ਭਇਓ ਤਿਸੈ ਕੋਪ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਅਜਿਹੇ ਬਚਨ ਸੁਣੇ, ਇਹ ਬਚਨ ਸੁਣਦਿਆਂ ਸਾਰ ਹਿਰਦੇ ਵਿੱਚ ਬੜਾ ਕ੍ਰੋਧ ਜਿਹੜਾ ਪੈਦਾ ਹੋ ਗਿਆ ਹੈ। ਕਸ਼ਮੀਰ ਮੈਂ ਹਿੰਦੂਆਂ ਕਾ ਜੋ ਕਰਿਓ ਧਰਮ ਉਨ ਲੋਪ। ਉਹਨੇ ਸ਼ੁਰੂਆਤ ਕਸ਼ਮੀਰ ਦੇ ਇਲਾਕੇ ਵਿੱਚੋਂ ਕੀਤੀ। ਕਹਿੰਦੇ ਬੜੇ ਬੜੇ ਵਿਦਵਾਨ ਜਿਹੜੇ ਸਨ, ਆਲਮ ਫਾਜ਼ਲ ਸਨ, ਉੱਥੇ ਰਹਿੰਦੇ ਸਨ, ਤਪਸਵੀ ਸਨ, ਬੰਦਗੀ ਵਾਲੇ ਸਨ, ਉਹਨਾਂ ਦਾ ਟਿਕਾਣਾ ਜਿਹੜਾ ਉਹ ਕਸ਼ਮੀਰ ਦੇ ਇਲਾਕੇ ਦੇ ਵਿੱਚ ਸੀਗਾ। ਇਹਨੇ ਆਖਿਆ ਵੀ ਸ਼ੁਰੂਆਤ ਵੀ ਮੈਂ ਉੱਥੋਂ ਹੀ ਕਰਨੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਿਸ ਤਰ੍ਹਾਂ ਇਹਨੇ ਹਿੰਦੂਆਂ ਦਾ ਧਰਮ ਕਸ਼ਮੀਰ ਦੇ ਵਿੱਚੋਂ ਲੋਪ ਕਰ ਦਿੱਤਾ, ਉਹ ਸਾਰੀ ਕਥਾ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਕਸ਼ਮੀਰ ਦੇ ਵਿੱਚ ਉਥੋਂ ਦੇ ਪੰਡਤ ਬਹਿ ਕੇ ਜਪ ਤਪ ਕਰ ਰਹੇ ਸਨ। ਇਹਨੇ ਜਿਹੜੇ ਐਦੀਏ ਹਨ ਉਹ ਕਸ਼ਮੀਰ ਵੱਲ ਦੌੜਾ ਦਿੱਤੇ ਹਨ। ਜਾਂਦਿਆਂ ਸਾਰ ਉਹਨਾਂ ਨੂੰ ਹੁਕਮ ਸੁਣਾ ਦਿੱਤਾ ਹੈ ਤੇ ਜਿਹੜੇ ਐਦੀਏ ਸਨ ਉਹਨਾਂ ਦੇ ਸਨਮੁਖ ਉਹ ਸਬਰ ਧੀਰਜ ਨਹੀਂ ਕਰ ਸਕੇ। ਫੌਜਾਂ ਨੇ ਤਾਣ ਬਲ ਦੇ ਕਰਕੇ ਤੁਰੰਤ ਸਾਰੇ ਪੰਡਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੂੰ ਜ਼ਬਰਦਸਤੀ ਜਿਹੜੇ ਹਿੰਦੂ ਸਨ ਮੁਸਲਮਾਨ ਬਣਾ ਲਿਆ ਹੈ। ਜਿਹੜੇ ਤਾਂ ਕਿਤੇ ਜਾ ਕੇ ਲੁਕ ਗਏ, ਕਸ਼ਮੀਰ ਛੱਡ ਗਏ, ਇੱਧਰ ਉੱਧਰ ਹੋ ਗਏ, ਉਹ ਤਾਂ ਬਚ ਗਏ ਹਨ। ਪਰ ਜਿਹੜੇ ਉਹਨਾਂ ਦੇ ਕਾਬੂ ਆ ਗਏ, ਪਿੰਡਾਂ ਦੇ ਵਿੱਚ, ਨਗਰਾਂ ਵਿੱਚ, ਗ੍ਰਾਮਾਂ ਵਿੱਚ ਰਹਿੰਦੇ ਸਨ, ਉਹਨਾਂ ਨੂੰ ਪਕੜ ਕਰਕੇ ਉਹਨਾਂ ਨੇ ਮੁਸਲਮਾਨ ਬਣਾ ਦਿੱਤਾ ਹੈ।
ਤਰਾਸ। ਔਰੰਗਜ਼ੇਬ ਨੇ ਇਹੋ ਜਿਹਾ ਜ਼ੁਲਮ ਦਾ ਝੱਖੜ ਝੁਲਾ ਦਿੱਤਾ ਜਿਹਨੂੰ ਸੁਣ ਕੇ ਸਾਰੇ ਜਗਤ ਦੇ ਲੋਕਾਂ ਦੇ ਹਿਰਦੇ ਵਿੱਚ ਡਰ ਪੈਦਾ ਹੋ ਗਿਆ ਹੈ, ਭੈ ਭੀਤ ਹੋ ਗਏ ਹਨ। ਤਬ ਆਏ ਸਤਿਗੁਰ ਪਾਸ। ਫਿਰ ਜਿਹੜੇ ਵਿਪਰ ਸਨ ਉਹਨਾਂ ਨੇ ਵੇਖਿਆ ਵੀ ਧਰਮ ਸੰਕਟ ਪੈਦਾ ਹੋ ਗਿਆ। ਇਹ ਕਥਾ ਇਸ ਤਰ੍ਹਾਂ ਵਿਸਥਾਰ ਨਾਲ ਆਉਂਦੀ ਹੈ। ਮੰਦਰ ਵਿੱਚ ਬਹਿ ਕੇ ਅਰਦਾਸ ਬੇਨਤੀਆਂ ਕਰਦੇ ਸਨ। ਉੱਥੇ ਇਹਨਾਂ ਨੂੰ ਚਿੱਠੀ ਪ੍ਰਾਪਤ ਹੋਈ ਇੱਕ ਮੰਦਰ ਦੇ ਵਿੱਚ ਕਿ ਜੇਕਰ ਤੁਸੀਂ ਕੁਝ ਚਾਹੁੰਦੇ ਹੋ ਕਿ ਤੁਹਾਡਾ ਭਲਾ ਹੋ ਜਾਏ, ਤੁਹਾਡਾ ਧਰਮ ਬਚ ਜਾਏ, ਮੇਰੇ ਕੋਲ ਤਾਕਤ ਸਮਰੱਥਾ ਨਹੀਂ। ਇਸ ਵਕਤ ਜੇ ਤਾਕਤ ਸਮਰੱਥਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦੇ ਚਰਨਾਂ ਵਿੱਚ ਜਾਓ, ਉਹ ਤੁਹਾਡੇ ਧਰਮ ਦੀ ਰਕਸ਼ਾ ਕਰ ਸਕਦੇ। ਉਹਨਾਂ ਤੋਂ ਬਿਨਾਂ ਤੁਹਾਡਾ ਧਰਮ ਕੋਈ ਨਹੀਂ ਬਚਾ ਸਕਦਾ। ਤੇ ਕਹਿੰਦੇ ਨੇ ਜਪ ਤਪ ਕਰਨ ਤੋਂ ਬਾਅਦ ਉਹ ਪੱਤਰ ਉਹਨਾਂ ਨੂੰ ਜਿਸ ਤਰ੍ਹਾਂ ਪ੍ਰਾਪਤ ਹੋਇਆ ਸੀ, ਤੇ ਫਿਰ ਉਹ 9ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲ ਕਰਕੇ ਪਹੁੰਚੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜਾ ਸਫ਼ਰ ਹੈ, ਜੀਵਨ ਯਾਤਰਾ, ਉਹ ਲੰਮੇਰੀ ਹੈ। ਆਪਾਂ ਕੱਲ ਪ੍ਰਕਰਨ ਇੱਥੇ ਛੱਡਿਆ ਸੀਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ 9ਵੇਂ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਪ੍ਰਗਟ ਕਰਨ ਵਾਲੇ ਜਿਹੜੇ ਭਾਈ ਮੱਖਣ ਸ਼ਾਹ ਲਵਾਣਾ, ਜਿਨ੍ਹਾਂ ਦਾ ਜਹਾਜ਼, ਕਿਉਂਕਿ ਉਹ ਬੜੇ ਵੱਡੇ ਵਪਾਰੀ ਸਨ, ਉਹਨਾਂ ਦਾ ਇਤਿਹਾਸ ਪੜ੍ਹਨ ਨੂੰ ਵੀ ਮਿਲਿਆ। ਤੇ ਗੁਰਮੁਖੋ ਉਹਨਾਂ ਦੇ ਆਪਣੇ ਜਹਾਜ਼ ਚੱਲਦੇ ਸਨ। ਪੁਰਤਗਾਲ ਆਦਿਕ ਉਸ ਇਲਾਕਿਆਂ ਵਿੱਚ ਜਾ ਕਰਕੇ ਉਹ ਵਪਾਰ ਕਰਦੇ ਸਨ। ਉਹਨਾਂ ਕੋਲ ਮਾਇਆ ਦੀ ਕਮੀ ਕੋਈ ਨਹੀਂ ਸੀ। ਪੜ੍ਹੇ ਲਿਖੇ ਸਨ, ਬੜੇ ਸਿਆਣੇ ਸਨ ਭਾਈ ਮੱਖਣ ਸ਼ਾਹ ਜੀ ਲੁਬਾਣਾ। ਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਗੁਰਤਾ ਗੱਦੀ 'ਤੇ ਬੈਠੇ ਸਨ, ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀਗਾ, ਕਿਉਂਕਿ ਉਹ ਵਪਾਰ ਕਰਦੇ ਸਨ, ਦੂਰ ਰਹਿੰਦੇ ਸਨ। ਤੇ ਸਾਧ ਸੰਗਤ ਜੀ, ਜਦੋਂ ਉਹਨਾਂ ਦਾ ਜਹਾਜ਼ ਸਮੁੰਦਰ ਦੇ ਵਿੱਚ ਫਸ ਗਿਆ ਤੇ ਉਹਨਾਂ ਅਰਦਾਸ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਜਿਹੜੇ ਵੀ ਸਤਿਗੁਰੂ ਬਿਰਾਜਮਾਨ ਨੇ, ਉਹ ਮੇਰੇ 'ਤੇ ਕਿਰਪਾ ਕਰਨ, ਮੇਰਾ ਜਹਾਜ਼ ਬੰਨੇ ਲਾਉਣ। ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਉਹਨਾਂ ਅਰਦਾਸ ਬੇਨਤੀ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹਨਾਂ ਦਾ ਬੇੜਾ ਬੰਨੇ ਲਾ ਦਿੱਤਾ। ਉਹ ਚੱਲ ਕੇ ਦਿੱਲੀ ਦੇ ਇਲਾਕੇ ਵਿੱਚ ਪਹੁੰਚੇ। ਪਤਾ ਲੱਗਿਆ ਵੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ। ਤੇ ਭਾਈ ਮੱਖਣ ਸ਼ਾਹ ਜੀ ਜਿਹੜੇ ਸਨ, ਉੱਥੋਂ ਚੱਲ ਕੇ, ਕਿਉਂਕਿ ਪਤਾ ਲੱਗ ਗਿਆ ਨਾ ਬਾਬਾ ਵਸੈ ਗ੍ਰਾਮ ਬਕਾਲੇ, ਹੁਣ ਇੱਧਰ 22 ਮੰਜੀਆਂ ਪਹਿਲਾਂ ਲੱਗ ਗਈਆਂ ਸਨ। ਆ ਕਰਕੇ ਸੋਢੀ ਆਦਿਕ ਜਿਹੜੇ ਸਨ, ਉਹ ਮੰਜੀਆਂ ਲਾ ਕੇ ਬਹਿ ਗਏ ਵੀ ਅਸੀਂ ਸਭ ਤੋਂ ਵੱਡੇ ਗੁਰੂ ਹਾਂ। ਜਿਹੜਾ ਉਹਨਾਂ ਵਿੱਚ ਧੀਰ ਮੱਲ ਸੀ, ਉਹ ਸਭ ਤੋਂ ਵੱਡਾ ਗੁਰੂ ਬਣ ਕੇ ਬਹਿ ਗਿਆ। ਤੇ ਭਾਈ ਮੱਖਣ ਸ਼ਾਹ ਜੀ ਬਾਵੇ ਬਕਾਲੇ ਆ ਗਏ। ਵੇਖਿਆ ਵੀ ਇੱਥੇ ਤਾਂ ਕਈ ਗੁਰੂ ਬੈਠੇ ਹੋਏ ਨੇ, ਵੀ ਮੈਂ ਕਿਵੇਂ ਪਰਖ ਕਰਾਂ ਇਹਨਾਂ ਦੀ। ਉਹਨਾਂ ਫਿਰ ਜਾ ਕਰਕੇ ਸਾਰਿਆਂ ਦੇ ਮੂਹਰੇ 5-5 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮਸੰਦ ਰੱਖੇ ਹੋਏ ਸਨ ਅੱਗੇ, ਵੀ ਇੱਕ ਨੇ ਕਹਿਣਾ ਵੀ ਮੇਰਾ ਗੁਰੂ ਬੜਾ ਚੰਗਾ ਹੈ। ਸਿੱਖ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਵੀ ਗੁਰੂ ਚੰਗਾ ਹੈ। ਜਿਵੇਂ ਗੁੜ ਪਿਆ ਹੋਵੇ ਤੇ ਕੀੜੇ ਆਪੇ ਹੀ ਪਹੁੰਚ ਜਾਂਦੇ ਨੇ, ਪਰ ਉਹ ਦੱਸ ਰਹੇ ਨੇ ਵੀ ਸਾਡਾ ਗੁਰੂ ਬੜਾ ਚੰਗਾ ਹੈ, ਤੇਰੇ ਖਜ਼ਾਨੇ ਭਰ ਰਹੇਗਾ। ਫੜ ਫੜ ਕੇ ਲੈ ਕੇ ਜਾਂਦੇ ਨੇ। ਤੇ ਭਾਈ ਮੱਖਣ ਸ਼ਾਹ ਜੀ ਸਾਰਿਆਂ ਕੋਲ ਜਾਂਦੇ, 5-5 ਮੋਹਰਾਂ ਰੱਖਣੀਆਂ, ਕੋਲ ਬਹਿ ਜਾਣਾ। ਤੇ ਉਹਨਾਂ ਨੇ ਆਖਣਾ ਤੂੰ ਬੜਾ ਵੱਡਾ ਸਿੱਖ ਹੈ, ਤੇਰੇ ਖਜ਼ਾਨੇ ਭਰਪੂਰ ਹੋ ਜਾਣੇ ਨੇ। ਪਰ ਉਹ ਅੰਦਰ ਦਾ ਸੁੱਖ ਜਿਹੜਾ ਸੀ ਨਾ, ਜਿਹੜਾ ਪਹਿਲਾਂ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਉਹਨੇ ਪ੍ਰਾਪਤ ਕੀਤਾ, ਉਹ ਸੁੱਖ ਨਹੀਂ ਮਿਲਿਆ ਉਹਨਾਂ ਨੂੰ। ਧੀਰ ਮੱਲ ਦਾ ਸਭ ਤੋਂ ਵੱਡਾ ਅਡੰਬਰ ਸੀਗਾ, ਪਰ ਜਦੋਂ ਮਨ ਨੂੰ ਟਿਕਾ ਨਾ ਮਿਲਿਆ, ਸਾਰਿਆਂ ਨੂੰ ਮੋਹਰਾਂ ਰੱਖ ਰੱਖ ਕੇ ਨਮਸਕਾਰਾਂ ਕਰ ਦਿੱਤੀਆਂ ਤੇ ਵਾਪਸ ਜਾਣ ਲੱਗੇ। ਤੇ ਪੁੱਛਿਆ ਵੀ ਕੋਈ ਹੋਰ ਵੀ ਹੈ? ਕਿਸੇ ਨੇ ਇੱਕ ਬਚਨ ਆਖਿਆ। ਵੇਖੋ ਬਚਨ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਿਆ ਵੀ ਤੇਗਾ ਕਮਲਾ ਰਹਿੰਦਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਭੋਰੇ ਵਿੱਚ ਪੈ ਕੇ ਬੰਦਗੀ ਕਰਦੇ ਸਨ ਤੇ ਗੁਰੂ ਸਾਹਿਬ ਨੂੰ ਕਮਲਾ ਹੀ ਦੱਸਦੇ ਸਨ। ਇਹ ਸੁਭਾਵਿਕ ਹੀ ਹੈ। ਕਬੀਰ ਸਾਹਿਬ ਜੀ ਵੀ ਕਹਿੰਦੇ ਨਾ ਆਪਣੀ ਬਾਣੀ ਵਿੱਚ, ਲੋਕ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਲੋਕ ਕਹਿੰਦੇ ਵੀ ਕਬੀਰ ਕਮਲਾ ਪਾਗਲ ਹੈ। ਲੋਕ ਨਹੀਂ ਮੇਰਾ ਭੇਦ ਸਮਝ ਸਕਦੇ, ਮੇਰਾ ਭੇਦ ਰੱਬ ਜਾਣਦਾ, ਕਿਉਂਕਿ ਮੈਂ ਰੱਬ ਨੂੰ ਜਾਣ ਲਿਆ। ਮੇਰਾ ਭੇਦ ਕੇਵਲ ਵਾਹਿਗੁਰੂ ਜਾਣਦਾ। ਇਹ ਸ਼ਬਦ ਵਰਤਿਆ ਜੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪ੍ਰਤੀ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹਨਾਂ ਬਾਰੇ ਜਦੋਂ ਬਚਨ ਸੁਣਿਆ ਤੇ ਕੰਨ ਖੜੇ ਹੋ ਗਏ ਵੀ ਸ਼ਾਇਦ ਉਹੀ ਹੋਵੇਗਾ। ਕਹਿੰਦੇ ਵਾਪਸ ਚੱਲ ਪਏ ਤੇ ਜਾ ਕਰਕੇ ਘਰ ਦੇ ਵਿੱਚ ਨਮਸਕਾਰ ਕੀਤੀ। ਛੋਟਾ ਜਿਹਾ ਭੋਰਾ ਸੀ, ਉੱਥੇ ਮਾਤਾ ਨਾਨਕੀ ਜੀ ਸਨ ਘਰ ਦੇ ਵਿੱਚ।
ਤੇ ਗੁਰੂ ਸਾਹਿਬ ਅੰਦਰ ਬੈਠੇ ਸਨ, ਨਮਸਕਾਰ ਕੀਤੀ, ਆਖਿਆ ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਗਏ, ਜਾ ਕੇ ਜਦੋਂ ਮੋਹਰਾ ਰੱਖ ਕੇ ਮੱਥਾ ਟੇਕਿਆ ਨਾ, ਨਮਸਕਾਰ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਭਲਿਆ ਉਦੋਂ ਤਾਂ ਬੜੀਆਂ ਮੋਹਰਾਂ ਮੰਨਦਾ ਸੀ, ਸੁੱਖਾ ਸੁਖਣਾ ਦੀ ਸੀ, ਹੁਣ 5 ਨਾਲ ਹੀ ਕੰਮ ਚਲਾਉਣ ਲੱਗ ਪਏ ਐ, ਬਾਕੀ ਗੁਰੂ ਕੀ ਕਾਰ ਰੱਖ ਲਈ ਹੈ। ਤੇ ਭਾਈ ਮੱਖਣ ਸ਼ਾਹ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ, ਸਮਝ ਆ ਗਈ। ਕਹਿੰਦੇ ਘਰ ਦੇ ਵਿੱਚੋਂ ਬਾਹਰ ਨਿਕਲੇ, ਮਹਾਰਾਜ ਕਹਿੰਦੇ ਨਾ ਪ੍ਰਗਟ ਨਾ ਕਰੀ। ਕਹਿੰਦੇ ਨਹੀਂ ਮਹਾਰਾਜ, ਸੰਗਤ ਭਰਮ ਰਹੀ ਹੈ, ਤੁਹਾਡੇ ਦਰਸ਼ਨਾਂ ਨੂੰ। ਕੋਠੇ ਤੇ ਚੜ੍ਹ ਗਏ ਤੇ ਹੱਥ ਦੇ ਵਿੱਚ ਬਸਤਰ ਫੜ ਲਿਆ ਤੇ ਕੋਠੇ ਤੇ ਚੜ੍ਹ ਕੇ ਘੁਮਾਉਣਾ ਸ਼ੁਰੂ ਕਰ ਦਿੱਤਾ। ਬਾਬਾ ਵਸੇ ਗ੍ਰਾਮ ਬਕਾਲੇ ਜਿਹੜਾ ਬਚਨ ਹੋਇਆ ਸੀ ਨਾ, ਆਖਿਆ ਗੁਰੂ ਕੀ ਸੰਗਤ ਇੱਧਰ ਹੈ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਭਾਈ ਸੰਤੋਖ ਸਿੰਘ ਕਹਿੰਦੇ ਢੋਲ ਵੀ ਵਜਾਇਆ ਨਾਲੇ, ਵੀ ਲੋਕਾਂ ਨੂੰ ਪਤਾ ਲੱਗ ਜਾਏ। ਸਾਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਫੈਲ ਗਿਆ। ਭਾਈ ਮੱਖਣ ਸ਼ਾਹ ਹੇਠਾਂ ਆਏ, ਮਹਾਰਾਜ ਕਹਿੰਦੇ ਫਿਰ ਹਟਿਆ ਨਹੀਂ ਨਾ, ਗੁਰੂ ਸਾਹਿਬ ਸੰਗਤਾਂ ਭਰਮ ਰਹੀਆਂ ਨੇ, ਇੱਥੇ ਤਾਂ ਕੱਚੇ ਪਿੱਲੇ ਗੁਰੂ ਆ ਕੇ ਬਣੀ ਬੈਠੇ ਨੇ, ਤੇ ਤੁਹਾਡੀ ਜ਼ਰੂਰਤ ਹੈ ਸੰਗਤਾਂ ਨੂੰ, ਕਿਰਪਾ ਕਰੋ ਮਹਾਰਾਜ, ਉੱਠ ਕੇ ਆਪਣੀ ਸੰਗਤਾਂ ਦੀ ਸੰਭਾਲ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਗਤਾਂ ਨੇ ਦਰਸ਼ਨ ਕੀਤੇ ਤੇ ਸਾਧ ਸੰਗਤ ਉੱਥੇ ਇੱਕ ਭਾਣਾ ਵਾਪਰਿਆ। ਬੜੀ ਵੱਡੀ ਖੇਡ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚ ਵਰਤੀ ਹੋਈ ਇਹ। ਕਹਿੰਦੇ ਧੀਰਮਲ ਉੱਥੇ ਡੇਰਾ ਬਣਾ ਕੇ ਬੈਠਾ ਸੀ। ਧੀਰਮਲ ਦਾ ਡੇਰਾ ਖਾਲੀ ਹੋ ਗਿਆ, ਕੋਈ ਮੱਥਾ ਟੇਕਣ ਨਹੀਂ ਗਿਆ। ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆ ਗਈਆਂ। ਜਿਹੜਾ ਸਿੰਘਾਂ ਨਾਮ ਦਾ ਮਸੰਦ ਸੀ, ਉਹ ਆਖਣ ਲੱਗਾ ਧੀਰਮਲ ਤੇਰੀ ਪੂਜਾ ਖਤਮ, ਜੇ ਭਲਾ ਚਾਹੁੰਦਾ ਹੈ ਤੇ ਰਾਹ ਦਾ ਕੰਡਾ ਕੱਢਣਾ ਹੀ ਪੈਂਦਾ ਹੈ। ਕਹਿੰਦੇ ਸ਼ਾਮ ਦਾ ਸਮਾਂ ਹੋਇਆ ਤੇ ਸਤਿਗੁਰੂ ਸੈਰ ਕਰਨ ਜਾਂਦੇ ਸਨ, ਤੇ ਧੀਰਮਲ ਨੇ ਉੱਥੇ ਸਿੰਘਾਂ ਮਸੰਦ ਨੂੰ ਕਹਿ ਕੇ ਨਾ ਤੇ ਗੁਰੂ ਸਾਹਿਬ ਜੀ ਤੇ ਗੋਲੀ ਚਲਾ ਦਿੱਤੀ। ਮਹਾਰਾਜ ਉੱਥੋਂ ਲੰਘਦੇ ਸਨ ਤੇ ਗੋਲੀ ਕਹਿੰਦੇ ਕੰਨ ਦੇ ਕੋਲੋਂ ਛੂੰ ਕਰਦੀ ਹੋਈ ਲੰਘ ਗਈ। ਸਤਿਗੁਰੂ ਕਹਿਣ ਲੱਗੇ ਭਲੇ ਧੀਰਮਲ ਭਲੇ, ਭਲੇ ਧੀਰਮਲ ਭਲ, ਤੇਰਾ ਭਲਾ ਹੀ ਹੋਵੇ। ਗੋਲੀ ਕੋਲੋਂ ਲੰਘ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਤੇ ਸਤਿਗੁਰਾਂ ਨੇ ਉਹਨੂੰ ਭਲਾ ਹੀ ਆਖਿਆ, ਉਹਨੂੰ ਕੁਛ ਨਹੀਂ ਆਖਿਆ। ਆਪ ਘਰ ਦੇ ਵਿੱਚ ਆ ਗਏ ਤੇ ਜਦੋਂ ਭਾਈ ਮੱਖਣ ਸ਼ਾਹ ਨੂੰ ਪਤਾ ਲੱਗਿਆ ਨਾ ਵੀ ਧੀਰਮਲ ਨੇ ਗੁਰੂ ਸਾਹਿਬ ਜੀ ਤੇ ਗੋਲੀ ਚਲਾ ਦਿੱਤੀ ਹੈ, ਉਸੇ ਵਕਤ ਸਿਪਾਹੀ ਰੱਖਦਾ ਸੀ, ਸੌਦਾਗਰ ਸੀ ਨਾ, ਆਪਣੇ 500 ਸਿਪਾਹੀ ਨਾਲ ਲੈ ਕੇ ਉਹਦੇ ਡੇਰੇ ਵਿੱਚ ਗਿਆ। ਉਹਦਾ ਸਾਰਾ ਡੇਰਾ ਲੁੱਟ ਲਿਆ ਤੇ ਧੀਰਮਲ ਦੀਆਂ ਮੁਸ਼ਕਾਂ ਬੰਨ੍ਹ ਲਈਆਂ, ਤੇ ਉਹਦੇ ਪਾਸ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜੀ ਸਭ ਤੋਂ ਪਹਿਲਾਂ ਬੀੜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤਿਆਰ ਕੀਤਾ ਸੀ ਨਾ, ਤੇ ਉਹ ਇਹਦੇ ਪਾਸ ਸੀਗਾ ਧੀਰਮਲ ਦੇ ਕੋਲ। ਮਹਾਰਾਜ ਦਾ ਸਰੂਪ ਲੈ ਕੇ ਘਰ ਦੇ ਵਿੱਚ ਆ ਗਏ। ਆਖਿਆ ਸਤਿਗੁਰੂ, ਗੁਰੂ ਸਾਹਿਬ ਦਾ ਸਰੂਪ ਵੀ ਲੈ ਆਇਆ ਤੇ ਨਾਲ ਮਹਾਰਾਜ ਤੁਹਾਡਾ ਦੋਸ਼ੀ ਵੀ ਲੈ ਕੇ ਆਇਆ। ਹਜ਼ੂਰ ਕਹਿਣ ਲੱਗੇ ਮੱਖਣ ਸ਼ਾਹ, ਤੈਨੂੰ ਪਤਾ ਵੀ ਰੌਲਾ ਕਾਹਦਾ ਹੈ? ਕਿਉਂਕਿ ਧੀਰਮਲ ਜਿਹੜਾ ਸੀ ਨਾ, ਉਹਦੇ ਸੇਵਕਾਂ ਨੇ ਹਮਲਾ ਕੀਤਾ ਫਿਰ ਗੁਰੂ ਸਾਹਿਬ ਜੀ ਤੇ ਦੁਬਾਰਾ, ਤੇ ਕਹਿੰਦੇ ਗੋਲੀ ਜਿਹੜੀ ਸੀ ਮਹਾਰਾਜ ਦੇ ਮੱਥੇ ਨੂੰ ਛੂਹ ਕੇ ਲੰਘੀ। ਉਹ ਤਾਂ ਮਾਤਾ ਨਾਨਕੀ ਜੀ ਸਨ, ਉਹਨਾਂ ਨੇ ਉਹਨਾਂ ਨੂੰ ਝਿੜਕਾਂ ਪਾਈਆਂ, ਲਾਹਨਤਾਂ ਪਾਈਆਂ, ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੱਥਾ ਸਾਫ਼ ਕੀਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਜਦੋਂ ਹਮਲਾ ਹੋਇਆ ਨਾ, ਤੇ ਫਿਰ ਮੱਖਣ ਸ਼ਾਹ ਨੂੰ ਗੁੱਸਾ ਲੱਗਿਆ ਸੀ ਇਸ ਚੀਜ਼ ਦਾ। ਪਹਿਲਾਂ ਉਹਨੇ ਬਾਹਰ ਗੋਲੀ ਚਲਾਈ, ਫਿਰ ਘਰ ਦੇ ਵਿੱਚ ਆ ਕੇ ਗੋਲੀ ਚਲਾਈ। ਆਖਿਆ ਵੀ ਉੱਥੇ ਬਚ ਗਏ, ਹੁਣ ਮਾਰ ਦਿਆਂਗੇ ਘਰ ਦੇ ਵਿੱਚ, ਪਰ ਉਦੋਂ ਵੀ ਮੱਥੇ ਨੂੰ ਛੂਹ ਕੇ ਲੰਘ ਗਈ। ਮੱਖਣ ਸ਼ਾਹ ਫਿਰ ਜਾ ਕੇ ਪਕੜ ਕੇ ਲਿਆਇਆ ਧੀਰਮਲ ਨੂੰ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਭਾਈ ਮੱਖਣ ਸ਼ਾਹ, ਰੌਲਾ ਤਾਂ ਮਾਇਆ ਦਾ ਹੀ ਹੈ ਨਾ। ਜਦੋਂ ਮਾਇਆ ਨਹੀਂ ਸੀ, ਸ਼ਾਂਤੀ ਨਾਲ ਟਿਕਾ ਨਾਲ ਬੈਠੇ ਸਾਂ, ਤੇ ਵੇਖ ਹੋਣਾ ਮਾਇਆ ਘਰ ਦੇ ਵਿੱਚ ਆ ਗਈ ਤੇ ਨਾਲ ਝਗੜਾ ਵੀ ਲੈ ਕੇ ਆ ਗਈ ਹੈ। ਇਸ ਕਰਕੇ ਆਪਾਂ ਨਹੀਂ ਕੁਝ ਰੱਖਣਾ, ਸਾਰਾ ਕੁਝ ਇਹਨੂੰ ਵਾਪਸ ਕਰ ਦੇ। ਸਤਿਗੁਰਾਂ ਨੇ ਧੀਰਮਲ ਛਡਾ ਦਿੱਤਾ, ਜਿੰਨੀ ਸਮੱਗਰੀ ਸੀ ਸਾਰੀ ਵਾਪਸ ਦਵਾ ਦਿੱਤੀ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਜਿਹੜਾ ਨਗਰ ਸੀ ਉਹ ਛੱਡ ਦਿੱਤਾ। ਇੱਥੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਨੂੰ ਪਾਤਸ਼ਾਹ ਜੀ ਚੱਲ ਪਏ। ਇੱਕ ਘਟਨਾ ਵਾਪਰੀ ਗੁਰਮੁਖੋ ਰਾਹ ਦੇ ਵਿੱਚ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀਗਾ, ਉਹ ਧੀਰਮਲ ਨੂੰ ਭਾਈ ਮੱਖਣ ਸ਼ਾਹ ਨੇ ਕਹਿੰਦੇ ਵਾਪਸ ਨਹੀਂ ਸੀ ਕੀਤਾ। ਭਾਈ ਸੰਤੋਖ ਸਿੰਘ ਤਾਂ ਇਉਂ ਲਿਖਦੇ ਨੇ ਵੀ ਉਹਨਾਂ ਨੇ
ਆਪਣੇ ਪਾਸ ਰੱਖ ਲਿਆ ਵੀ ਇੰਨੀ ਕੀਮਤੀ ਵਸਤੂ ਮੈਂ ਇਹਨੂੰ ਨਹੀਂ ਦੇ ਸਕਦਾ, ਇਹੋ ਜਿਹੇ ਨੀਚ ਆਦਮੀ ਨੂੰ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਾ ਰਹੇ ਸਨ ਤੇ ਜਦੋਂ ਬਿਆਸ ਪਾਰ ਕਰਨੀ ਸੀ ਤੇ ਮਹਾਰਾਜ ਨੇ ਵੇਖਿਆ ਵੀ ਕੁਝ ਸਿੱਖ ਆਉਂਦੇ ਸੀ ਮਹਾਰਾਜ ਦਾ ਸਰੂਪ ਲੈ ਕੇ। ਹਜ਼ੂਰ ਜੀ ਕਹਿਣ ਲੱਗੇ, ਭਾਈ ਇਹ ਕੀ ਲੈ ਕੇ ਆਇਓ? ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਹਜ਼ੂਰ ਕਹਿੰਦੇ ਅਸੀਂ ਤੁਹਾਨੂੰ ਕਿਹਾ ਸੀ ਵੀ ਮੱਖਣ ਸ਼ਾਹ ਵੀ ਸਾਰੀ ਸਮੱਗਰੀ ਸਾਰੀਆਂ ਵਸਤੂਆਂ ਧੀਰਮਲ ਨੂੰ ਵਾਪਸ ਕਰ ਦੇਣੀ ਹੈ, ਵੀ ਤੁਸੀਂ ਸਮਾਨ ਵਾਪਸ ਕਿਉਂ ਨਹੀਂ ਕੀਤਾ? ਕਹਿੰਦੇ ਮਹਾਰਾਜ ਮੇਰਾ ਚਿੱਤ ਨਹੀਂ ਕੀਤਾ ਵੀ ਮੈਂ ਇੰਨਾ ਮਹਾਨ ਗ੍ਰੰਥ ਗੁਰੂ ਕੀ ਬਾਣੀ ਇਹੋ ਜਿਹੇ ਨੀਚ ਆਦਮੀ ਨੂੰ ਦਿਆਂ ਜਿਹਨੇ ਤੁਹਾਡੇ ਤੇ ਹਮਲਾ ਕੀਤਾ। ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਸਾਡੇ ਪੁਰਖਾਂ ਨੇ, ਵੱਡਿਆਂ ਨੇ, ਸਤਿਗੁਰੂ ਸਾਹਿਬਾਨਾਂ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ, ਆਪਾਂ ਇਹਨਾਂ ਨੂੰ ਹੀ ਦੇਣਾ, ਆਪਾਂ ਨਹੀਂ ਲੈ ਕੇ ਜਾਣਾ। ਤੇ ਸਾਧ ਸੰਗਤ ਉੱਥੇ ਸੁਨੇਹਾ ਭੇਜ ਦਿੱਤਾ। ਇੱਕ ਰਾਹਗੀਰ ਕਹਿੰਦੇ ਜਾਂਦਾ ਸੀ, ਸੁਨੇਹਾ ਭੇਜਿਆ ਵੀ ਜਾਓ ਜਾ ਕੇ ਧੀਰਮਲ ਨੂੰ ਆਖੋ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਿਆਸ ਦਰਿਆ ਵਿੱਚੋਂ ਬਾਹਰ ਕੱਢ ਲਏ। ਮਹਾਰਾਜ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਿਆਸ ਦਰਿਆ ਦੇ ਵਿੱਚ ਰਖਾ ਦਿੱਤਾ। ਇਹ ਗੁਰੂ ਦੀ ਸਮਰੱਥਾ ਹੈ। ਤੇ ਧੀਰਮਲ ਨੇ ਸੋਚਿਆ ਵੀ ਪਾਣੀ ਵਿੱਚ ਗੁਰੂ ਸਾਹਿਬ ਦਾ ਸਰੂਪ ਰਖਾ ਦਿੱਤਾ, ਕਾਗਜ਼ ਪੱਤਰੇ ਤਾਂ ਗਲ ਗਏ ਹੋਣਗੇ। ਇੱਥੋਂ ਸਤਿਗੁਰੂ ਅੱਗੇ ਚਲੇ ਗਏ ਤੇ ਬਚਨ ਕਰ ਗਏ ਵੀ ਸਾਡੀ ਅਮਾਨਤ ਹੈ। ਅੱਜ ਵੀ ਜਾਓ, ਬਿਆਸਾ ਦੇ ਕੰਢੇ ਤੇ ਅਸਥਾਨ ਬਣਿਆ ਹੋਇਆ ਗੁਰਦੁਆਰਾ ਅਮਾਨਤਸਰ ਸਾਹਿਬ, ਜਿੱਥੇ ਸਰੂਪ ਮਹਾਰਾਜ ਨੇ ਸੁਸ਼ੋਭਿਤ ਕੀਤਾ ਸੀਗਾ। ਤੇ ਧੀਰਮਲ ਆਇਆ, ਬੜੇ ਜਾਲ ਆਦਿਕ ਪਵਾਏ ਤੇ ਗੁਰੂ ਸਾਹਿਬ ਦਾ ਸਰੂਪ ਕਹਿੰਦੇ ਲੱਭਿਆ ਨਹੀਂ। 12-13 ਦਿਨ ਲੰਘ ਗਏ ਜੀ ਲੱਭਦਿਆਂ। ਕਿਸੇ ਨੇ ਆਖਿਆ ਭਾਈ ਅਰਦਾਸ ਕਰ, 9ਵੇਂ ਪਾਤਸ਼ਾਹ ਜੀ ਦਾ ਨਾਮ ਜ਼ਰੂਰ ਲੈ ਅਰਦਾਸ ਵਿੱਚ, ਕਿਉਂਕਿ ਜਦੋਂ ਅਰਦਾਸ ਕਰਦਾ ਸੀ 9ਵੇਂ ਪਾਤਸ਼ਾਹ ਜੀ ਦਾ ਨਾਂ ਨਹੀਂ ਸੀ ਲੈਂਦਾ। ਤੂੰ 9ਵੇਂ ਪਾਤਸ਼ਾਹ ਜੀ ਦਾ ਨਾਂ ਲੈ ਕੇ ਅਰਦਾਸ ਕਰ ਤੇ ਹੋ ਸਕਦਾ ਵੀ ਸ਼ਾਇਦ ਕੁਝ ਲੱਭ ਜਾਏ। ਭਾਈ ਸੰਤੋਖ ਸਿੰਘ ਕਹਿੰਦੇ ਜਦੋਂ 9ਵੇਂ ਪਾਤਸ਼ਾਹ ਜੀ ਦਾ ਨਾਂ ਲੈ ਕੇ ਅਰਦਾਸ ਕੀਤੀ ਤੇ ਜਾਲ ਪਵਾਇਆ ਤੇ ਵੇਖਿਆ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੇਠਾਂ ਰੇਤ ਦੇ ਵਿੱਚ ਪਾਣੀ ਵਿੱਚ ਪਿਆ ਹੋਇਆ ਸੀ। ਸਰੂਪ ਬਾਹਰ ਕੱਢਿਆ ਗਿਆ ਤੇ ਉਹਦੇ ਉੱਤੇ ਕੁਝ ਰੁਮਾਲਾ ਸਾਹਿਬ ਸਨ। ਜਦੋਂ ਖੋਲ੍ਹਿਆ ਤੇ ਉਸੇ ਤਰ੍ਹਾਂ ਉਹ ਸਰੂਪ ਜਿਹੜਾ ਸੀ ਸੁੱਕੇ ਦਾ ਸੁੱਕਾ ਜਲ ਵਿੱਚੋਂ, ਪਾਣੀ ਵਿੱਚੋਂ ਬਾਹਰ ਨਿਕਲਿਆ। ਤੇ ਕਹਿੰਦੇ ਇਤਿਹਾਸਕਾਰ ਲਿਖਦੇ ਨੇ ਵੀ ਥੋੜ੍ਹਾ ਜਿਹਾ ਹਾਸ਼ੀਆ ਭੇਜਿਆ ਸੀ, ਉਹ ਅੱਜ ਵੀ ਉਹਦੇ ਚਿੰਨ੍ਹ ਜਿਹੜੇ ਮੌਜੂਦ ਨੇ, ਜਿਹਨੂੰ ਆਪਾਂ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ ਹਾਂ, ਜਿਹੜੀ ਉੱਥੇ ਸੁਸ਼ੋਭਿਤ ਹੈ। ਤੇ ਧੀਰਮਲ ਮਹਾਰਾਜ ਦਾ ਸਰੂਪ ਲੈ ਗਿਆ। ਸਤਿਗੁਰੂ ਜੀ ਇੱਥੋਂ ਸ੍ਰੀ ਹਰਿਮੰਦਰ ਸਾਹਿਬ ਗਏ। ਮਸੰਦਾਂ ਨੂੰ ਪਤਾ ਲੱਗ ਗਿਆ, ਉਹਨਾਂ ਦਰਵਾਜ਼ੇ ਬੰਦ ਕਰ ਲਏ। ਜਿੱਥੇ ਅਸਥਾਨ ਬਣਿਆ ਨਾ ਅਕਾਲ ਤਖਤ ਸਾਹਿਬ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ, ਉੱਥੇ ਮਹਾਰਾਜ ਬੈਠੇ ਸਨ ਜਦੋਂ ਮਸੰਦਾਂ ਨੇ ਦਰਵਾਜ਼ਾ ਬੰਦ ਕੀਤਾ। ਇੱਕ ਕਹਾਵਤ ਲੋਕਾਂ ਨੇ ਬਣਾ ਲਈ ਵੀ ਅੰਮ੍ਰਿਤ ਸਰੀਏ ਅੰਦਰ ਸੜੀਏ। ਇਹ ਕਹਾਵਤ ਤੁਹਾਨੂੰ ਸੁਣਨ ਨੂੰ ਮਿਲਦੀ ਹੈ ਨਾ, ਪਰ ਇਹ ਲੋਕਾਂ ਨੇ ਗਲਤ ਧਾਰਨਾ ਬਣਾਈ ਹੈ। ਬਚਨ ਸੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨ ਅਗਨ ਤੇ ਅੰਤਰ ਸੜੀਏ। ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਮਸੰਦ ਨਹੀਂ ਹੋ ਸਕਦੇ, ਜਿੱਥੇ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਜਿਹੜੀ ਵਰਤਦੀ ਹੈ, ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਖਸ਼ਿਸ਼ ਵਰਤਦੀ ਹੈ। ਤੁਸੀਂ ਅੰਮ੍ਰਿਤਸਰ ਸਾਹਿਬ ਦੇ ਮਸੰਦ ਨਹੀਂ, ਤੁਸੀਂ ਤ੍ਰਿਸ਼ਨਾ ਦੀ ਅੱਗ ਨਾਲੋਂ ਅੰਦਰੋਂ ਸੜੇ ਹੋਏ ਹੋ। ਇੱਥੋਂ ਉੱਠ ਕੇ ਮਹਾਰਾਜ ਨਾਲ ਇੱਕ ਨਗਰ ਦੇ ਵਿੱਚ ਜਾ ਬਿਰਾਜੇ। ਜਦੋਂ ਮਾਤਾਵਾਂ ਨੂੰ, ਬੀਬੀਆਂ ਨੂੰ ਪਤਾ ਲੱਗਿਆ ਵੀ ਮਸੰਦਾਂ ਨੇ ਇਉਂ ਕੀਤਾ ਵੀ ਗੁਰੂ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਨਹੀਂ ਕਰਨ ਦਿੱਤੇ, ਗੁਰੂ ਸਾਹਿਬ ਸਰੋਵਰ 'ਚ ਇਸ਼ਨਾਨ ਕਰਕੇ ਇੱਥੋਂ ਚਲੇ ਗਏ ਸਨ, ਉਦੋਂ ਫਿਰ ਮਾਤਾਵਾਂ ਨੇ ਪ੍ਰਸ਼ਾਦੇ, ਦੁੱਧ, ਦਹੀਂ, ਮੱਖਣ ਆਦਿ ਇਹੋ ਜਿਹੀਆਂ ਵਸਤੂਆਂ ਲੈ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚੀਆਂ। ਤੇ ਫਿਰ ਇੱਕ ਬਚਨ ਤੁਸੀਂ ਸੁਣਿਆ ਹੀ ਹੋਣਾ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਗੁਰੂ ਸਾਹਿਬ ਨੇ ਇਹ ਵਰ ਮਾਤਾਵਾਂ ਨੂੰ ਉੱਥੇ ਦਿੱਤਾ। ਹਜ਼ੂਰ ਕਹਿੰਦੇ ਵੀ ਤੁਸੀਂ ਇਹਨਾਂ ਦੀ ਵੀ ਲਾਜ ਰੱਖ ਲਈ ਹੈ। ਮਾਈਆਂ ਰੱਬ ਰਜਾਈਆਂ, ਰੱਬ ਦੀ ਰਜ਼ਾ ਵਿੱਚ ਰਹਿਣ ਵਾਲੀਆਂ, ਉਸ ਮਾਲਕ ਨੇ ਇਹਨਾਂ ਨੂੰ ਭਗਤੀ ਵਿੱਚ ਲਾਇਆ ਹੋਇਆ ਹੈ। ਇਹ ਵਰ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਆ। ਬੜੀ ਜਿਹੜੀ ਸਤਿਗੁਰਾਂ ਦੀ ਲੰਬੀ ਜੀਵਨ ਯਾਤਰਾ, ਕਿਤੇ ਮਹਾਰਾਜ ਅਸਾਮ ਵੱਲ ਸਾਧ ਸੰਗਤ ਇੱਧਰ ਚਰਨ ਪਾਉਂਦੇ ਨੇ, ਕਈ ਹੋਰ ਇਲਾਕੇ। ਕੁਝ ਸਮਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਪਟਨਾ ਸਾਹਿਬ ਦੀ ਧਰਤੀ 'ਤੇ ਵਿਰਾਜਮਾਨ ਹੋਏ, ਜਿੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਲਾਹਾਬਾਦ, ਪ੍ਰਯਾਗਰਾਜ ਵੀ ਉੱਥੇ ਕਾਫੀ ਸਮਾਂ ਗੁਰੂ ਸਾਹਿਬ ਜੀ ਰਹੇ। ਬੜਾ ਲੰਮਾ ਚੌੜਾ ਇਤਿਹਾਸ ਹੈ। ਇਹ ਮੁੱਢਲੇ ਜਿਹੜੇ ਪ੍ਰਕਰਨ ਆਪ ਜੀ ਨੂੰ ਸਰਵਣ ਕਰਾਏ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਜਿਹੜੀ ਸ਼ਖਸੀਅਤ ਹੈ। ਤੇ ਨਾਂ ਸੀ ਤਿਆਗਮੱਲ, ਪਰ ਜਦੋਂ ਮੈਦਾਨੇ ਜੰਗ ਵਿੱਚ ਬਹਾਦਰੀ ਵਿਖਾਈ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਨਾਮ ਰੱਖਿਆ ਸੀ ਵੀ ਇਹਨਾਂ ਦਾ ਨਾਮ ਤੇਗ ਬਹਾਦਰ ਹੈ।
ਮੈਦਾਨੇ ਜੰਗ ਵਿੱਚ ਕਿਤੇ ਬੈਰਾਗਮਈ ਸੁਭਾਅ ਸੀਗਾ, ਪਰ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਊ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਾ ਦਿੱਤੇ। ਸੋ ਇਸ ਪ੍ਰਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਬਲਧਾਰੀ ਸਤਿਗੁਰੂ ਸਾਧ ਸੰਗਤ ਜੀ, ਜਿਨ੍ਹਾਂ ਦੀ ਜਿਹੜੀ ਮਹਿਮਾ ਮਹਾਨ ਕਹਿਣ ਕਥਨ ਤੋਂ ਬਾਹਰ ਹੈ, ਐਸੇ ਸਤਿਗੁਰਾਂ ਦੇ ਚਰਨਾਂ ਪਾਸ ਕਸ਼ਮੀਰੀ ਪੰਡਤ ਚੱਲ ਕੇ ਆਏ ਹਨ। ਦੋਹਰਾ ਕਾਸ਼ੀ ਆਦ ਗੰਗਾ ਡਿਗੋ ਕੁਲ ਛੇਤਰ ਔਰ। ਭਾਈ ਰਤਨ ਸਿੰਘ ਜੀ ਕਹਿੰਦੇ ਕੁਝ ਕਾਂਸੀ ਦੇ ਰਹਿਣ ਵਾਲੇ, ਗੰਗਾ ਦੇ ਪਾਸ ਰਹਿਣ ਵਾਲੇ, ਕੁਰਸ਼ੇਤਰ ਦੇ ਇਲਾਕੇ ਵਿੱਚ ਰਹਿਣ ਵਾਲੇ ਹੋਰ ਜਿਹੜੇ ਪੰਡਤ ਸਨ, ਰਲ ਪੈ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ। ਸਾਰੇ ਜਾਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਫਰਿਆਦੀ ਬਣ ਕੇ ਆਏ ਤੇ ਗੁਰੂ ਕੇ ਦਰਬਾਰ ਵਿੱਚ ਚੌਂਕੜਾ ਮਾਰ ਕੇ ਬਹਿ ਗਏ ਹਨ। ਸੋ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ। ਗੁਰੂ ਦੇ ਦਰਬਾਰ ਦੇ ਵਿੱਚ ਆ ਕਰਕੇ ਬ੍ਰਾਹਮਣ ਇਸ ਤਰ੍ਹਾਂ ਪੁਕਾਰਾਂ ਕਰਦੇ ਹਨ, ਸਤਿਗੁਰ ਸੁਨ ਆਏ ਤੁਮ ਦੁਆਰੇ। ਹੇ ਸਤਿਗੁਰੂ, ਆਪ ਜੀ ਦੀ ਮਹਿਮਾ ਸੁਣ ਕੇ, ਵਡਿਆਈ ਸੁਣ ਕੇ ਅਸੀਂ ਆਪ ਜੀ ਦੇ ਦਰ ਤੇ ਚੱਲ ਕੇ ਆਏ ਹਾਂ। ਓ ਛਤਰੇ ਤੁਮ ਬ੍ਰਹਮ ਉਜਾਗਰ। ਆਪ ਜੀ ਛਤਰੀ ਹੋ, ਛਤਰੀ ਦਾ ਭਾਵ ਯੋਧੇ ਹੋ, ਸੂਰਬੀਰ ਹੋ, ਤੇ ਸਾਰੇ ਜਗਤ ਦੇ ਵਿੱਚ ਪਾਤਸ਼ਾਹ ਆਪ ਜੀ ਉਜਾਗਰ ਪ੍ਰਗਟ ਹੋ। ਓ ਬ੍ਰਾਹਮਣ ਤੁਮ ਪ੍ਰਤਪਾਗਰ। ਤੁਸੀਂ ਗਊ ਤੇ ਬ੍ਰਾਹਮਣ ਨੂੰ ਪਾਲਣ ਵਾਲੇ ਹੋ। ਵੈਸੇ ਤਾਂ ਅੱਜ ਦੇ ਸਮੇਂ ਵਿੱਚ ਜਿਹੜੇ ਸ਼ਬਦ ਨੇ ਨਾ, ਇਹਨਾਂ ਦੀ ਦੁਰਵਰਤੋਂ ਕੁਝ ਲੋਕ ਕਰਦੇ ਨੇ ਵੀ ਖਾਲਸਾ ਗਊ ਤੇ ਬ੍ਰਾਹਮਣ ਦੀ ਪਾਲਣਾ ਕਰਨ ਵਾਲਾ ਹੈ। ਐਸਾ ਨਹੀਂ। ਗਊ ਦਾ ਜਿਹੜਾ ਆਖਰੀ ਭਾਵ ਹੁੰਦਾ ਨਾ, ਇੱਕ ਸ਼ਬਦ ਹੁੰਦਾ ਹੈ, ਉਹਦਾ ਭਾਵ ਲਿਆ ਜਾਂਦਾ ਹੈ। ਗਊ ਇੱਕ ਇਹੋ ਜਿਹਾ ਜਾਨਵਰ ਹੈ ਜਿਹੜਾ ਥੋੜ੍ਹਾ ਜਿਹਾ ਭੋਲਾ ਜਾਨਵਰ ਮੰਨਿਆ ਜਾਂਦਾ, ਨਿਮਰਤਾ ਵਾਲਾ, ਸ਼ਾਂਤੀ ਵਾਲਾ, ਜਿਹਨੂੰ ਗਰੀਬ ਕਹਿ ਦਿੰਦੇ ਨੇ। ਸ਼ਬਦ ਵਰਤਿਆ ਜਾਂਦਾ ਨਾ ਗਰੀਬ ਗਊ, ਵੀ ਇਹ ਗਰੀਬ ਗਊ ਹੈ, ਭਾਵ ਕਿ ਜਿਹੜੇ ਲੋਕ ਗਰੀਬ ਗਊਆਂ ਵਾਂਗੂ ਨੇ, ਭੋਲੇ ਭਾਲੇ ਨੇ, ਤੇ ਉਹਨਾਂ ਦੀ ਰੱਖਿਆ ਕਰਨ ਵਾਲੇ ਨੇ, ਨਾ ਕਿ ਪਸ਼ੂਆਂ ਦੀ ਰੱਖਿਆ ਕਰਨ ਵਾਲੇ ਨੇ। ਉਹ ਤਾਂ ਗੁਰੂ ਦਾ ਉਪਦੇਸ਼ ਹੀ ਹੈ ਵੀ ਭਾਈ ਜੀ ਦਇਆ ਪ੍ਰਵਾਨ, ਸਭ ਤੇ ਦਇਆ ਤੁਸਾਂ ਕਰਨੀ ਹੈ। ਇਹਦਾ ਮਤਲਬ ਇਹ ਨਹੀਂ ਵੀ ਗਊ ਦੀ ਰੱਖਿਆ ਕਰਨ ਵਾਸਤੇ ਆਏ ਨੇ, ਭਾਵੇਂ ਬੰਦੇ ਮਾਰੀ ਜਾਓ, ਗਊ ਬਚਾਉਣੀ ਆ ਆਪਾਂ, ਇਹਦਾ ਨਹੀਂ। ਹਾਂ, ਕਿਸੇ ਦੀ ਉਹ ਮਾਤਾ ਹੋ ਸਕਦੀ ਹੈ, ਕਿਸੇ ਦਾ ਕੋਈ ਪਿਤਾ ਹੋ ਸਕਦਾ ਹੈ, ਪਰ ਅਸਲ ਵਿੱਚ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਸੀਗਾ ਵੀ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਰੱਖਿਆ ਕਰਨੀ, ਮਜ਼ਲੂਮਾਂ ਦੀ ਰੱਖਿਆ ਕਰਨੀ। ਗਊ ਦਾ ਮਤਲਬ ਹੈ ਗਰੀਬ ਦੀ ਰੱਖਿਆ ਕਰਨੀ, ਕਿਉਂਕਿ ਗਊ ਵਰਗਾ ਗਰੀਬ ਹੁੰਦਾ ਹੈ, ਭੋਲਾ ਹੁੰਦਾ ਅੰਦਰੋਂ। ਤੇ ਜਿਹੜੇ ਬ੍ਰਾਹਮਣ ਨੇ, ਠੀਕ ਹੈ, ਇੱਕ ਜਾਤੀ ਨਾਲ ਸ਼ਬਦ ਜੋੜ ਦਿੱਤਾ ਗਿਆ, ਪਰ ਗੁਰੂ ਗ੍ਰੰਥ ਸਾਹਿਬ ਜੀ ਬ੍ਰਾਹਮਣ ਸ਼ਬਦ ਦੀ ਵਿਆਖਿਆ ਕਰਦੇ ਨੇ, ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਨੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਬ੍ਰਾਹਮਣ ਕੌਣ ਹੈ? ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਇੱਕ ਪਰਮੇਸ਼ਰ ਦੇ ਸ਼ਬਦ ਦੇ ਨਾਲ, ਗੁਰੂ ਕੇ ਸ਼ਬਦ ਦੇ ਨਾਲ ਆਪਣੀ ਸੁਰਤ ਜੋੜ ਲੈਂਦਾ, ਲਿਵ ਜੋੜ ਲੈਂਦਾ, ਉਹ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਕਬੀਰ ਸਾਹਿਬ ਕਹਿੰਦੇ ਸਾਡੇ ਮਤ ਵਿੱਚ ਬ੍ਰਾਹਮਣ ਉਸੇ ਨੂੰ ਕਿਹਾ ਜਾਂਦਾ ਹੈ। ਉਹ ਬ੍ਰਾਹਮਣ ਨਹੀਂ ਜਿਹੜਾ ਗਰੀਬ ਨੂੰ, ਦਲਿਤ ਨੂੰ ਆਖੇ ਮੰਦਰ ਵਿੱਚੋਂ ਬਾਹਰ ਨਿਕਲ ਜਾ, ਤੇਰੀ ਥਾਂ ਕੋਈ ਨਹੀਂ ਇੱਥੇ। ਹੈ ਦੋਨੇ ਹੀ ਹਿੰਦੂ ਨੇ, ਉਹ ਵੀ ਹਿੰਦੂ ਹੈ, ਉਹ ਵੀ ਹਿੰਦੂ ਹੈ, ਨਹੀਂ ਤੇਰੀ ਥਾਂ ਨਹੀਂ ਇੱਥੇ। ਇਹੋ ਜਿਹੇ ਬ੍ਰਾਹਮਣਾਂ ਦੀ ਗੱਲ ਨਹੀਂ ਕੀਤੀ। ਬ੍ਰਹਮ ਨੂੰ ਵਿਚਾਰਨ ਵਾਲੇ ਸੰਤ ਜਨ, ਜਿਨ੍ਹਾਂ ਦੇ ਉੱਤੇ ਔਰੰਗਾ ਅਤਿਆਚਾਰ ਕਰਦਾ ਸੀਗਾ, ਗਰੀਬਾਂ ਦੀ ਰੱਖਿਆ ਕਰਨ ਵਾਲੇ, ਸੰਤਾਂ ਦੀ ਰੱਖਿਆ ਕਰਨ ਵਾਲੇ। 10ਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ ਤੇ ਗੁਰੂ ਸਾਹਿਬ ਜੀ ਨੇ ਸ੍ਰੀ ਬਚਿੱਤਰ ਨਾਟਕ ਦੇ ਵਿੱਚ ਉੱਥੇ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਸੰਤਾਂ ਸਾਧੂਆਂ ਦੀ, ਗਰੀਬਾਂ ਦੀ ਰੱਖਿਆ ਕਰਨ ਵਾਸਤੇ ਤੇ ਦੁਸ਼ਟਾਂ ਦਾ ਘਾਤ ਕਰਨ ਵਾਸਤੇ ਮੈਂ ਪ੍ਰਗਟ ਹੋਇਆ ਆ। ਸੋ ਇਸ ਕਰਕੇ ਗਊ, ਬ੍ਰਾਹਮਣ, ਗਰੀਬ ਤੇ ਸੰਤ ਜਨ ਆਦਿਕ ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਤੇ ਅਤਿਆਚਾਰ ਹੁੰਦਾ ਹੈ, ਹੇ ਸਤਿਗੁਰੂ, ਉਹਨਾਂ ਦੀ ਤੁਸੀਂ ਪ੍ਰਤਪਾਲਣਾ ਕਰਨ ਵਾਲੇ ਹੋ। ਸਤਿਗੁਰੂ, ਸਾਡੇ ਤੇ ਬੜਾ ਭਾਰੀ ਸੰਕਟ ਦਾ ਸਮਾਂ ਆਣ ਪਿਆ ਹੈ, ਕਿਰਪਾ ਕਰਕੇ ਆਪ ਜੀ ਸਾਨੂੰ ਰੱਖ ਲਓ, ਸਾਡਾ ਸੰਕਟ ਨਿਵਰਤ ਕਰ ਦਿਓ, ਸਾਡਾ ਧਰਮ ਜਿਹੜਾ ਹੈ ਬਚਾ ਲਓ। ਤੁਸੀਂ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 9ਵਾਂ ਸਵਰੂਪ ਕਲ ਧਾਰੀ, ਅਜਮਤਵਾਨ ਕਰਾਮਾਤੀ ਭਾਰੀ ਸਤਿਗੁਰੂ ਹੋ। ਕਿਰਪਾ ਕਰਕੇ ਹਿੰਦੂਆਂ ਦਾ ਜਿਹੜਾ ਬੀਜ ਹੈ ਹਿੰਦੁਸਤਾਨ ਦੇ ਵਿੱਚ ਆਪ ਜੀ ਰੱਖ ਲਓ। ਹਿੰਦੂ ਨਰ ਬੀਜ ਹੈ ਕਰਨੇ,
ਔਰੰਗਜ਼ੇਬ ਤਾਂ ਕਹਿੰਦਾ ਹੈ ਕਿ ਹਿੰਦੁਸਤਾਨ ਮੈਂ ਹਿੰਦੂਆਂ ਤੋਂ ਨਿਰਬੀਜ ਕਰ ਦੇਣਾ, ਭਾਵ ਇਹਨਾਂ ਦਾ ਕੋਈ ਬੀਜ ਨਹੀਂ ਇੱਥੇ ਰਹਿਣ ਦੇਣਾ, ਨਾਮ ਇਹਨਾਂ ਦਾ ਨਾਮ ਆਦਿਕ ਇੱਥੇ ਮੈਂ ਹਿੰਦੁਸਤਾਨ ਦੇ ਵਿੱਚ ਰਹਿਣ ਨਹੀਂ ਦੇਣਾ। ਸ਼ਾਹੀ ਨੂੰ ਰੰਗੈ ਯੋ ਲਿਖ ਬਰਨੇ। ਇਸ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਨੇ ਇਹ ਗੱਲਾਂ ਸਾਨੂੰ ਕਹਿ ਕੇ ਆਖਿਆ ਹੈ ਕਿ ਮੁਸਲਮਾਨ ਬਣ ਜਾਓ, ਨਹੀਂ ਤਾਂ ਤੁਹਾਨੂੰ ਖਤਮ ਕਰ ਦਿਆਂਗਾ। ਪ੍ਰੀਤਮ ਹੈ ਬਾਮਨ ਕਰਨੇ। ਇਸੇ ਪ੍ਰਕਾਰ ਉਹਨੇ ਇਹ ਗੱਲ ਆਖੀ ਵੀ ਜਿਹੜੇ ਬ੍ਰਾਹਮਣ ਨੇ ਨਾ, ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਤੁਰਕ ਮੁਸਲਮਾਨ ਬਣਾਉਣਾ ਹੈ। ਔਰ ਹਿੰਦੂ ਹੈ ਪਾਚੇ ਫਰਨੇ। ਜਦੋਂ ਬ੍ਰਾਹਮਣ ਮੁਸਲਮਾਨ ਬਣ ਜਾਣਗੇ ਤੇ ਉਹਨਾਂ ਤੋਂ ਬਾਅਦ ਹੋਰ ਜਿਹੜੇ ਹਿੰਦੂ ਆਦਿਕ ਨੇ ਉਹਨਾਂ ਸਾਰਿਆਂ ਨੂੰ ਪਕੜ ਕੇ ਮੁਸਲਮਾਨ ਬਣਾ ਲੈਣਾ ਹੈ। ਮਹਾਰਾਜ ਜਿਹੜੇ ਹਿੰਦੂ ਨੇ ਬ੍ਰਾਹਮਣ ਉਹਨਾਂ ਦੇ ਅਗਵਾਨ ਨੇ, ਉਹਨਾਂ ਦੇ ਆਗੂ ਹਨ, ਮੂਹਰੀ ਹਨ। ਤੇ ਇਸੇ ਪ੍ਰਕਾਰ ਔਰੰਗਜ਼ੇਬ ਇਹ ਕਹਿੰਦਾ ਵੀ ਜੇ ਬ੍ਰਾਹਮਣ ਤੁਰਕ ਬਣ ਜਾਣਗੇ ਤੇ ਸਾਰਾ ਜਹਾਨ ਉਹਨਾਂ ਦੇ ਮਗਰ ਮੁਸਲਮਾਨ ਬਣ ਜਾਏਗਾ। ਸਤਿਗੁਰੂ ਇਸ ਤਰ੍ਹਾਂ ਔਰੰਗਜ਼ੇਬ ਨੇ ਆਪਸ ਵਿੱਚ ਸਲਾਹ ਕੀਤੀ ਹੋਈ ਹੈ। ਸਤਿਗੁਰੂ ਕਿਰਪਾ ਕਰੋ, ਰੱਖ ਲਓ, ਰੱਖ ਲਓ, ਅਸੀਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਏ ਹਾਂ। ਸਤਿਗੁਰੂ ਜੇਕਰ ਆਪ ਜੀ ਸੂਰਬੀਰ ਬਲੀ ਹੋ, ਯੋਧੇ ਹੋ, ਕਿਰਪਾ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦਾ ਡੁੱਬਦਾ ਹੋਇਆ ਧਰਮ ਆਪ ਜੀ ਰੱਖ ਲਓ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਡੀ ਤਾਂ ਇਹ ਜਿਹੜੀ ਵਿਚਾਰ ਹੈ ਕਿ ਆਪ ਜੀ ਔਰੰਗਜ਼ੇਬ ਨੂੰ ਇਹ ਗੱਲ ਕਹਿ ਦਿਓ ਕਿ ਔਰੰਗਜ਼ੇਬ ਤੁਹਾਨੂੰ ਪਹਿਲਾਂ ਮੁਸਲਮਾਨ ਬਣਾ ਲਏ, ਤੇ ਜੇ ਤੁਸੀਂ ਮੁਸਲਮਾਨ ਬਣ ਜਾਓਗੇ ਤੇ ਤੁਹਾਡੇ ਪਿੱਛੇ ਅਸੀਂ ਸਾਰੇ ਜਿਹੜੇ ਹਿੰਦੂ ਉਹ ਸਾਰੇ ਦੀਨ ਦੇ ਵਿੱਚ ਆ ਜਾਵਾਂਗੇ। ਤੁਸੀਂ ਤਾਂ ਮਹਾਰਾਜ ਛਤਰੀ ਹੋ, ਇੰਨੀ ਗੱਲ ਕਹਿ ਦਿਓਗੇ ਔਰੰਗਜ਼ੇਬ ਨੂੰ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਓ, ਸਾਡੀ ਜਾਨ ਛੁੱਟ ਜਾਏਗੀ ਤਾਂ ਤੁਹਾਡੇ ਨਾਲ ਗੱਲ ਕਰੇਗਾ, ਤੇ ਤੁਸੀਂ ਹੱਥ ਦੇ ਵਿੱਚ ਤਲਵਾਰ ਫੜ ਲੈਣਾ, ਸ਼ਸਤਰ ਫੜ ਲੈਣਾ, ਸ਼ਸਤਰ ਲੈ ਕਰਕੇ ਦੁਸ਼ਟਾਂ ਦਾ ਘਾਤ ਕਰਕੇ ਤੇ ਹਿੰਦੂਆਂ ਨੂੰ ਗਲੇ ਲਗਾ ਲਓ। ਪਾਤਸ਼ਾਹ ਹਿੰਦੂਆਂ ਦੀ ਰੱਖਿਆ ਕਰੋ। ਤੁਹਾਡੇ ਕੋਲ ਮਾਇਆ ਵੀ ਬੜੀ ਆਉਂਦੀ ਹੈ, ਤੁਹਾਨੂੰ ਕਮੀ ਥੋੜ੍ਹੇ ਕਿਸੇ ਪਦਾਰਥ ਦੀ, ਤੁਹਾਡੇ ਕੋਲ ਫੌਜਾਂ ਵੀ ਬੜੀਆਂ ਬਣ ਜਾਣੀਆਂ ਨੇ। ਇਸ ਤਰ੍ਹਾਂ ਮਹਾਰਾਜ ਤੁਸੀਂ ਉਸ ਮਾਇਆ ਤੇ ਫੌਜਾਂ ਦੇ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਦਾ ਟਾਕਰਾ ਕਰ ਸਕਦੇ ਹੋ। ਉਥੇ ਪਾਤਸ਼ਾਹ ਜੀ ਜਿਹੜੀ ਕਰਾਮਾਤ ਵੀ ਤੁਹਾਡੇ ਕੋਲ ਅਣਗਿਣਤ ਹੈ, ਕਰਾਮਾਤ ਦੀ ਤਾਕਤ ਦੀ ਕਮੀ ਨਹੀਂ ਹੈ ਤੁਹਾਡੇ ਪਾਸ। ਤੁਰਕਨ ਤੇ 10 ਗੁਣ ਅਧਿਕ ਹੈ ਹਿੰਦੂ ਹਿੰਦ ਮਾਹੀ। ਇਸੇ ਪ੍ਰਕਾਰ ਮਹਾਰਾਜ ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੂ ਨੇ ਉਹ ਤੁਰਕਾਂ ਨਾਲੋਂ 10 ਗੁਣਾ ਜ਼ਿਆਦੇ ਹਨ। ਜੇਕਰ ਤੁਸੀਂ ਆਪਣੇ ਹੱਥ ਦੇ ਵਿੱਚ ਖੰਡਾ ਫੜ ਲਓ ਸਤਿਗੁਰੂ, ਤੇ ਸਾਰੇ ਹਿੰਦੂ ਤੁਹਾਡੇ ਨਾਲ ਰਲ ਜਾਣਗੇ। ਆ ਵੇਖ ਲਓ ਵੀ ਜਿਹੜੇ 10 ਗੁਣਾ ਜ਼ਿਆਦੇ ਸਨ ਉਹ ਨਹੀਂ ਕੁਝ ਵਿਗਾੜ ਸਕੇ, ਪਰ ਜਿਹੜੇ 2% ਸਨ ਉਹਨਾਂ ਨੇ ਅਬਦਾਲੀ ਸਾਰੇ ਮੂਹਰੇ ਲਾ ਲਏ ਸਨ, ਟਿਕਣ ਨਹੀਂ ਸੀ ਦਿੱਤਾ ਅਬਦਾਲੀ ਵਰਗਾ ਇੱਥੇ ਕੋਈ। ਇਸੇ ਕਰਕੇ ਜਾਂਦਿਆਂ ਕਹਿ ਗਏ ਸਨ ਵੀ ਸਾਡੀ ਔਲਾਦ ਨਹੀਂ ਫੜਦੀ ਹਿੰਦੁਸਤਾਨ ਦੇ ਵਿੱਚ। 2% ਵਾਲਿਆਂ ਨੇ ਸਾਰੇ ਮੂਹਰੇ ਲਾ ਕੇ ਰੱਖੇ, ਸਭ ਦੀ ਨੱਕ ਵਿੱਚ ਦਮ ਕੀਤਾ। ਹਿੰਦੁਸਤਾਨ ਦਾ ਇੱਕ ਪੈਸਾ ਨਹੀਂ ਇੱਥੋਂ ਬਾਹਰ ਜਾਣ ਦਿੱਤਾ ਉਹਨਾਂ ਨੇ, ਸਭ ਕੁਝ ਇੱਥੇ ਟਿਕਾ ਕੇ ਰੱਖਿਆ ਹਿੰਦੁਸਤਾਨ ਵਿੱਚ। ਪਰ ਜਿਹੜੇ 10 ਗੁਣਾ ਜ਼ਿਆਦੇ ਸਨ ਤੁਰਕਾਂ ਤੋਂ, ਉਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਕੇ ਅਰਦਾਸ ਕਰਦੇ ਨੇ, ਮਹਾਰਾਜ ਜੇ ਤੁਸੀਂ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ, ਸ਼ਸਤਰ ਪਕੜੋ, ਯੋਧੇ ਬਣ ਜਾਓ, ਤੇ ਅਸੀਂ ਸਾਰੇ ਤੁਹਾਡੇ ਨਾਲ ਰਲ ਜਾਵਾਂਗੇ ਤੇ ਤੁਹਾਡੀ ਮਦਦ ਕਰਾਂਗੇ। ਗੁਰੂ ਨਾਨਕ ਬਚ ਗਏ ਬਕਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਵਿਕੇ ਹੋਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਖੰਡਾ ਨਹੀਂ ਫੜਾਇਆ। ਜੰਗ ਕਰਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਵੀ ਜੰਗ ਕਰ ਸਕਦੇ ਸਨ, ਜਿਨ੍ਹਾਂ ਨੇ ਬਚਪਨ ਵਿੱਚ ਜੰਗ ਕੀਤੀ ਉਸ ਇਸ ਵਕਤ ਵੀ ਜੰਗ ਕਰ ਸਕਦੇ ਸਨ, ਪਰ ਕਹਿੰਦੇ ਨਹੀਂ, ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ ਵੀ ਤੁਸੀਂ ਸ਼ਸਤਰ ਲੈ ਕੇ ਮੈਦਾਨੇ ਜੰਗ ਵਿੱਚ ਜੂਝਣਾ ਹੈ। ਹਜ਼ੂਰ ਜੀ ਕਹਿੰਦੇ ਜਦੋਂ ਅਸੀਂ ਆਪਣਾ ਸੀਸ ਦਿਆਂਗੇ ਨਾ, ਫਿਰ ਤੁਰਕ ਤਾਂ ਗਲਣਗੇ।
ਇਹ ਬੜੀ ਵੱਡੀ ਖੇਡ ਹੈ। ਬਾਬਰ ਨੂੰ ਜਦੋਂ ਰਾਜ ਦਿੱਤਾ ਨਾ ਗੁਰੂ ਸਾਹਿਬ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਰਾਜ ਖੋ ਵੀ ਸਕਦੇ ਆ। ਕਹਿੰਦੇ ਮਹਾਰਾਜ ਇੱਕ ਵਾਰ ਜਿਹੜੀ ਮਹਾਂਪੁਰਸ਼ ਦਾਤ ਦੇ ਦੇਣ ਉਹ ਖੋਂਦੇ ਥੋੜ੍ਹਾ ਨੇ, ਉਹ ਵਾਪਸ ਨਹੀਂ ਲਈ ਜਾਂਦੀ। ਗੁਰੂ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ, ਵਾਪਸ ਨਹੀਂ ਲਈ ਜਾਂਦੀ। ਪਰ ਪਾਤਸ਼ਾਹ ਕਹਿੰਦੇ ਲਵਾਂਗੇ ਸੀਸ ਦੇ ਕੇ ਹੀ, ਇੱਦਾਂ ਨਹੀਂ ਲੈਂਦੇ। ਉਦੋਂ ਸੀਸ ਦਿਆਂਗੇ ਜਦੋਂ ਤੁਸੀਂ ਜ਼ੁਲਮੀ ਹੋ ਜਾਓਗੇ, ਅਤਿਆਚਾਰ ਕਰੋਗੇ। ਹਾਂ, ਤੁਸੀਂ ਸੱਚ ਦਾ ਨਿਆਂ ਕਰੋਗੇ, ਪ੍ਰਚਾਰ ਕਰੋਗੇ, ਸੱਚ ਦਾ ਸਹੀ ਰਸਤੇ ਚੱਲੋਗੇ, ਲੋਕਾਂ ਦਾ ਖਿਆਲ ਕਰੋਗੇ, ਇਹ ਰਾਜ ਤੁਹਾਡੇ ਕੋਲ ਰਹੇਗਾ ਜਿੰਨੀ ਦੇਰ ਤੱਕ ਦੁਨੀਆ ਰਹੇਗੀ। ਪਰ ਜੇ ਜ਼ੁਲਮ ਕਰੋਗੇ, ਹਜ਼ੂਰ ਕਹਿੰਦੇ ਬਚਨਾਂ ਨਾਲ ਨਹੀਂ, ਤਲਵਾਰ ਨਾਲ ਨਹੀਂ, ਆਪਣਾ ਸੀਸ ਦੇ ਕੇ ਤੁਹਾਡੇ ਕੋਲੋਂ ਰਾਜ ਵਾਪਸ ਲਵਾਂਗੇ। ਤੁਰਕ ਗਲੇ ਗਲੇ ਹਮ ਸੀਸ, ਹਜ਼ੂਰ ਕਹਿੰਦੇ ਸਾਰੇ ਤੁਰਕ ਗਲ ਜਾਣਗੇ ਜਦੋਂ ਅਸੀਂ ਆਪਣਾ ਸੀਸ, ਆਪਣਾ ਬਲੀਦਾਨ ਦੇਵਾਂਗੇ। ਸਤਿਗੁਰ ਬਖਸ਼ੀਸ, ਹਜ਼ੂਰ ਜੀ ਕਹਿੰਦੇ ਇਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਕੇ ਗਏ। ਉਹਨਾਂ ਦਾ ਹੁਕਮ ਅਸੀਂ ਵਜਾਉਣਾ ਹੈ, ਜਿਵੇਂ ਉਹਨਾਂ ਦੀ ਆਗਿਆ, ਉਹਨਾਂ ਦਾ ਹੁਕਮ ਹੋਵੇਗਾ, ਉਸੇ ਤਰ੍ਹਾਂ ਅਸੀਂ ਚੱਲਾਂਗੇ। ਜੇਕਰ ਤੁਮਰੋ ਭਲ ਪਵੇ, ਸਿਰ ਦੈਤ ਨ ਨਾਵੇ ਬੀਰ। ਗੁਰੂ ਸਾਹਿਬ ਜੀ ਕਹਿੰਦੇ ਜੇਕਰ ਤੁਹਾਡਾ ਭਲਾ ਇਸੇ ਤਰ੍ਹਾਂ ਹੀ ਹੁੰਦਾ ਹੈ, ਹਜ਼ੂਰ ਕਹਿੰਦੇ ਅਸਾਂ ਸੀਸ ਦੇਂਦਿਆਂ ਸਮਾਂ ਨਹੀਂ ਲਾਵਾਂਗੇ। ਬੰਦਾ ਪੈਸਾ ਦੇਂਦਿਆਂ 100 ਵਾਰੀ ਸੋਚਦਾ ਵੀ ਅਗਲੇ ਦੀ ਤਲੀ ਤੇ ਰੱਖਾਂ ਕਿ ਨਾ ਰੱਖਾਂ, ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਸਾਡਾ ਸੀਸ ਦੇਣ ਦੇ ਨਾਲ ਤੁਹਾਡਾ ਭਲਾ ਹੁੰਦਾ, ਤੁਹਾਡਾ ਧਰਮ ਬਚਦਾ, ਅਸੀਂ ਆਪਣਾ ਸੀਸ ਦੇਂਦਿਆਂ ਦੇਰੀ ਨਹੀਂ ਲਾਵਾਂਗੇ। ਜਾਏ ਜੜ ਦਰਗਾਹੋਂ ਤੁਰਤ ਉਕੇੜ। ਹਜ਼ੂਰ ਜੀ ਕਹਿੰਦੇ ਆਪਣਾ ਸੀਸ ਦੇ ਕੇ ਨਾ ਦਰਗਾਹ ਤੋਂ ਇਹਨਾਂ ਦੀ ਜੜ ਉਖੇੜਾਂਗੇ। ਦਰਗਾਹ ਤੋਂ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਨਾ, ਜੁਗੋ ਜੁਗ ਤਾਂ ਟਲ ਰਹਿਣਾ ਸੀ, ਰਾਜ ਦਿੱਤਾ ਹੋਇਆ ਸੀਗਾ, ਤੇ ਉਹ ਹੁਕਮ ਜਿਹੜਾ ਧੁਰ ਦਰਗਾਹੋਂ ਵਰਤਦਾ ਸੀ। ਤੇ ਹਜ਼ੂਰ ਕਹਿੰਦੇ ਦਰਗਾਹ ਤੋਂ ਇਹਨਾਂ ਦਾ ਰਾਜ ਭਾਗ ਉਖੇੜ ਕੇ ਇਹਨਾਂ ਦਾ ਨਾਸ਼ ਅਸੀਂ ਕਰ ਦਿਆਂਗੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਆਪਣੀ ਮਹਾਨ ਸ਼ਹਾਦਤ ਦੇਣਗੇ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਸ਼ਹੀਦੀ ਦਾ ਪ੍ਰਸੰਗ ਸਰਵਣ ਕਰਾਂਗੇ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਜਾਏ ਦਾਸਰੇ ਜਾਣ ਕਰਕੇ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।